ਵਾਹਿਗੁਰੂ ਸਾਹਿਬ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਹਮ ਅਵਗੁਣ ਭਰੇ, ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬੇਖੋ ਖਾਈ। ਮਾਇਆ ਮੋਹ ਪਰਮ ਪੈ ਭੂਲੇ। ਸੁਤ ਦਾ ਰਾਸਿਉ ਪ੍ਰੀਤ ਲਗਾਇ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤੇ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਇਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਸੁਕਾਉ ਹੋਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਦੁਖ ਸੰਬੰਧੀ, ਨੂਰ ਅਰਸੋਂ ਕੁਰਸੋਂ ਚਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਤੀਜਾ। ਤਨਾਸਰੀ ਮਹਲਾ ਚੌਥਾ। ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖ ਦਾਤਾ, ਹਮ ਲਾਵੈ ਆਪਨ ਪਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉ ਚਾਲੈ ਗੁਰ ਚਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਚਵਰ ਤਖਤ ਸਿੰਘਾਸਨ ਦੇ ਮਾਲਕ ਸਤਿਗੁਰੂ ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦਾ ਆਨੰਦ ਮਾਣ ਰਹੀ ਗੁਰੂ ਕੀ ਸੰਗਤ। ਸਤਿਗੁਰਾਂ ਦੀ ਅਗੰਮੀ ਬਾਣੀ ਦੀਆਂ ਦਾਤਾਂ ਨਿਤਨੇਮ ਦੇ ਰੂਪ ਦੇ ਵਿੱਚ ਔਰ ਕੀਰਤਨ ਦੇ ਰੂਪ ਦੇ ਵਿੱਚ ਆਪਾਂ ਸਰਵਨ ਕੀਤੀਆਂ।
ਵੱਡੇ ਭਾਗ ਨੇ ਜੋ ਸਤ ਸੰਗਤ ਨੂੰ ਪ੍ਰਾਪਤ ਹੋਏ ਆ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ। ਭੱਟਾ ਨੇ ਗੁਰੂ ਰਾਮਦਾਸ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਵਿੱਚ ਬੇਨਤੀ ਕਰਦਿਆਂ ਹੋਇਆਂ ਬਚਨ ਆਖੇ। ਕਹਿਣ ਲੱਗੇ, ਮਹਾਰਾਜ ਸਾਹਿਬ ਜੀਓ, ਇੱਕ ਉੱਤਮ ਪੰਥ, ਇਹ ਜੋ ਆਪ ਜੀ ਦੀ ਸਤ ਸੰਗਤ ਹੈ ਨਾ, ਜਿੱਥੇ ਆਪਾਂ ਬੈਠੇ ਹਾਂ, ਪ੍ਰਾਪਤ ਹੋਏ ਹਾਂ, ਇੱਕ ਉੱਤਮ ਪੰਥ ਇਹ ਹੈ। ਸਭ ਤੋਂ ਉੱਤਮ ਇੱਕ ਰਸਤਾ ਕਿਹੜਾ ਰਸਤਾ ਹੈ? ਸੁਣਿਓ ਸਤ ਸੰਗਤ। ਸਤ ਸੰਗਤ ਦੀ ਪ੍ਰਾਪਤੀ ਵਾਲਾ, ਸਤ ਸੰਗਤ ਨੂੰ ਜਾਣ ਵਾਲਾ ਜਿਹੜਾ ਰਸਤਾ ਹੈ ਨਾ, ਇਹ ਬੜਾ ਭਲਾ ਹੈ, ਬੜਾ ਚੰਗਾ ਹੈ। ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਲੰਤ ਜਮ ਤਰਾਸ ਮਟਾਈ। ਤਰਾਸ ਤੋਂ ਭਾਵ ਹੁੰਦਾ ਡਰ। ਕਹਿਣ ਲੱਗੇ, ਗੁਰੂ ਕੀ ਸੰਗਤ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ, ਜਮਾਂ ਦਾ ਡਰ ਉਹਨਾਂ ਦਾ ਖਤਮ ਹੋ ਗਿਆ। ਇਹ ਮਲੰਤ, ਇਸ ਸਤ ਸੰਗਤ ਨੂੰ ਮਿਲ ਕੇ ਜਮ ਤਰਾਸ ਮਟਾਈ। ਜਮਾਂ ਦੇ ਜਿਹੜੇ ਡਰ ਨੇ ਨਾ, ਖੌਫ, ਉਹ ਮੁੱਕ ਜਾਂਦੇ। ਇਹ ਮਲੰਤ ਜਮ ਤਰਾਸ ਮਟਾਈ, ਇੱਕ ਅਰਦਾਸ ਭਾਟ ਕੀਰਤ ਕੀ। ਜਿਹੜੇ ਭੱਟ ਨੇ ਮਹਾਰਾਜ ਦੀ ਵਡਿਆਈ ਕਰਨ ਵਾਲੇ, ਉਹਨਾਂ ਵਿੱਚੋਂ ਇੱਕ ਭੱਟ ਦਾ ਨਾਮ ਕੀਰਤ ਭੱਟ ਹੈ। ਤੇ ਕੀਰਤ ਭੱਟ ਜੀ ਕਹਿਣ ਲੱਗੇ, ਮਹਾਰਾਜ ਜਿਨ੍ਹਾਂ ਨੇ ਤੁਹਾਡੀ ਕੀਰਤੀ ਕੀਤੀ ਹੈ ਨਾ, ਜਸ ਕੀਤਾ, ਵਡਿਆਈ ਕੀਤੀ ਹੈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ। ਸਾਡੀ ਅਰਦਾਸ ਇਹ ਹੈ ਕਿ ਸਾਨੂੰ ਆਪਣੇ ਚਰਨਾਂ ਦੀ ਸ਼ਰਨ ਵਿੱਚ ਰੱਖੋ, ਇੱਥੋਂ ਸਾਰੀਆਂ ਦਾਤਾਂ ਮਿਲ ਜਾਣੀਆਂ। ਇਹ ਸਾਡੀ ਜਿਹੜੀ ਅਰਦਾਸ ਹੈ ਨਾ, ਆਪ ਜੀ ਕਬੂਲ ਕਰੋ। ਐਸੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਵਿੱਚ ਭੱਟ ਜਨ, ਗੁਰਮੁਖ, ਗੁਰਸਿੱਖ, ਸਾਧੂ ਜਿਹੜੇ ਨੇ ਉਹ ਬੇਨਤੀਆਂ ਕਰਦੇ। ਵੱਡੇ ਭਾਗ ਨੇ ਗੁਰਮੁਖੋ ਸਤ ਸੰਗਤ ਨੂੰ ਪ੍ਰਾਪਤ ਹੋਏ ਆ। ਇਸ ਵੇਲੇ ਆਪਾਂ ਲੜੀਵਾਰ ਗੁਰਬਾਣੀ ਦੀ ਜੋ ਕਥਾ ਹੈ ਉਹ ਸਰਵਣ ਕਰਦੇ ਹਾਂ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਭਾਵਨਾ ਨਾਲ, ਸ਼ਰਧਾ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਸਰਵਣ ਕਰੀਏ। ਮਿਲ ਕੇ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹਲਾ ਚੌਥਾ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸੋਢੀ ਸੁਲਤਾਨ ਮਹਾਰਾਜ ਸਾਹਿਬ ਜੀ, ਜਿਨ੍ਹਾਂ ਦੇ ਪਵਿੱਤਰ ਬਚਨ ਜਿਹੜੇ ਨੇ ਉਹ ਆਪਾਂ ਸ਼ਬਦ ਦੇ ਰੂਪ ਦੇ ਵਿੱਚ ਸਰਵਣ ਕਰਨ ਜਾ ਰਹੇ ਹਾਂ। ਧਨਾਸਰੀ ਰਾਗ ਦਾ ਨਾਮ ਹੈ ਅਤੇ ਇਸੇ ਤਰ੍ਹਾਂ ਦਿਨ ਦਾ ਤੀਸਰਾ ਪਹਿਰ, ਤੀਜਾ ਪਹਿਰ ਜੋ ਦਿਨ ਦਾ ਹੈ, ਉਸ ਵੇਲੇ ਇਸ ਰਾਗ ਨੂੰ ਗਾਇਆ ਜਾਂਦਾ ਹੈ। ਦਿਨ ਦਾ ਤੀਜਾ ਪਹਿਰ 12 ਵਜੇ ਤੋਂ ਲੈ ਕੇ ਦੁਪਹਿਰੇ 3 ਵਜੇ ਤੱਕ ਹੈ। ਇਸ ਸਮੇਂ ਦੇ ਵਿੱਚ ਇਸ ਰਾਗ ਨੂੰ ਜਾਂ ਰਾਗਨੀ ਨੂੰ ਗਾ ਸਕਦੇ ਹਾਂ। ਰਾਗਮਾਲਾ ਦੇ ਵਿੱਚ ਮਹਾਰਾਜ ਨੇ ਇਸ ਨੂੰ ਮਾਲ ਕੌਸਕ ਰਾਗ ਦੀ ਰਾਗਨੀ ਲਿਖਿਆ ਹੈ। ਸੋ ਐਸੀ ਹੈ ਇਹ ਧਨਾਸਰੀ ਜੋ ਰਾਗਨੀ ਹੈ। ਗੁਰੂ ਪਾਤਸ਼ਾਹ ਇਹਦੇ ਵਿੱਚ ਗੁਰੂ ਰਾਮਦਾਸ ਜੀ ਸਾਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰੂ ਬਖਸ਼ਿਸ਼ ਕਰਦੇ, ਬੇਨਤੀ ਕਰ ਗੁਰੂ ਕਿਆ ਸਿੱਖਾ। ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਮਹਾਰਾਜ ਸਾਹਿਬ ਜੀਓ, ਹਮ ਅੰਧਲੇ ਅੰਧ, ਅਸੀਂ ਅੰਨੇ ਅਗਿਆਨੀ ਜੀਵ ਹਾਂ। ਇੱਕ ਤੇ ਹਾਂ ਅਗਿਆਨੀ, ਸਾਨੂੰ ਸਮਝ ਕੋਈ ਨਹੀਂ ਹੈ। ਦੂਸਰਾ, ਸਾਡੇ ਕੋਲ ਨੇਤਰ ਵੀ ਨਹੀਂ, ਅੰਨੇ ਹੋ ਚੁੱਕੇ। ਹੁਣ ਜਿਹੜਾ ਹੈ ਹੀ ਅੰਨਾ ਤੇ ਹੈ ਵੀ ਕਮਲਾ, ਉਹ ਰਸਤੇ 'ਤੇ ਨਹੀਂ ਨਾ ਚੱਲ ਸਕਦਾ। ਜਿਹੜਾ ਰਸਤਾ ਉਹਨੂੰ ਦੱਸ ਦੇਵਾਂਗੇ ਵੀ ਇਸ ਰਸਤੇ 'ਤੇ ਚੱਲ ਕੇ ਤੂੰ ਮੰਜ਼ਿਲ 'ਤੇ ਪਹੁੰਚ ਜਾ, ਉਹ ਨਹੀਂ ਚੱਲੇਗਾ। ਕਿਉਂ? ਕਮਲਾ ਸ਼ੁਦਾਈ ਹੈ। ਤੇ ਦੂਜੀ ਗੱਲ ਹੈ ਵੀ ਅੰਨਾ ਹੈ। ਹੁਣ ਕਾਰਨ ਤੇ ਦੋ ਰਲ ਗਏ ਨੇ, ਤੇ ਦੋਨਾਂ ਕਾਰਨਾਂ ਨੂੰ ਰਲਣ ਵਾਲਾ, ਪ੍ਰਾਪਤ ਹੋਣ ਵਾਲਾ ਵਿਅਕਤੀ ਰਸਤੇ 'ਤੇ ਚੱਲ ਨਹੀਂ ਸਕਦਾ। ਔਰ ਜਿਹੜਾ ਰਸਤਾ ਦੱਸਿਆ ਜਾਵੇ, ਸਤਿਗੁਰੂ ਪਾਤਸ਼ਾਹ ਜੀ ਇਸੇ ਤਰ੍ਹਾਂ ਹਮ ਅੰਧਲੇ ਅੰਧ, ਅਸੀਂ ਵੀ ਅਗਿਆਨੀ ਹਾਂ, ਸਾਨੂੰ ਸਮਝ ਕੋਈ ਨਹੀਂ ਹੈ, ਕਮਲੇ ਹਾਂ, ਸ਼ੁਦਾਈ ਹਾਂ।
ਔਰ ਬਿਲਕੁਲ ਅੰਨੇ ਆ। ਸਾਡੇ ਕੋਲ ਪਰਮਾਰਥ ਦੇ ਨੇਤਰ ਹੈ ਹੀ ਨਹੀਂ, ਗਿਆਨ ਦੇ ਨੇਤਰ ਹੈ ਹੀ ਨਹੀਂ, ਸਮਝ ਵਾਲੀ ਤੇ ਗੱਲ ਹੈ ਹੀ ਕੋਈ ਨਹੀਂ। ਕਿਉਂ ਚੱਲ ਹੈ ਗੁਰ ਚਾਲੀ, ਆਪ ਜੀ ਦੇ ਦੱਸੇ ਹੋਏ ਰਸਤੇ ਦੇ ਉੱਪਰ ਕਿਵੇਂ ਚੱਲ ਸਕਦੇ ਆ? ਜਿਹੜਾ ਰਸਤਾ ਤੁਸੀਂ ਸਾਨੂੰ ਦੱਸਿਆ ਉਹਦੇ 'ਤੇ ਕਿਵੇਂ ਚੱਲੀਏ? ਕਿਉਂਕਿ ਅਸੀਂ ਤੇ ਅੰਨੇ ਬੰਦੇ ਨੂੰ ਰਸਤਾ ਦਿਸਦਾ ਨਹੀਂ, ਫਿਰ ਅਸੀਂ ਹੈਗੇ ਆ ਗਿਆਨੀ ਆ, ਸਾਨੂੰ ਸਮਝ ਕੋਈ ਨਹੀਂ ਹੈ, ਗਿਆਨ ਕੋਈ ਨਹੀਂ ਹੈ। ਤੇ ਐਸੇ ਵਿਅਕਤੀ ਨੂੰ ਮਹਾਰਾਜ ਕਿਵੇਂ ਰਸਤਾ ਪ੍ਰਾਪਤ ਹੋ ਸਕਦਾ? ਗੁਰੂ ਦੇ ਦੱਸੇ ਹੋਏ ਰਸਤੇ 'ਤੇ ਕਿਵੇਂ ਚੱਲ ਸਕਦਾ? ਫਿਰ ਬਖਸ਼ਿਸ਼ ਕਰਦੇ ਹਨ। ਹਮ ਅੰਧਲੇ ਅੰਧ ਬਿਖੈ ਬਿਖਰਾਤੇ। ਸਤਿਗੁਰੂ ਬਖਸ਼ਿਸ਼ ਕਰਦੇ, ਕਹਿਣ ਲੱਗੇ ਵੀ ਅਸੀਂ ਜਿਹੜੇ ਅਗਿਆਨੀ ਜੀਵ ਆ ਨਾ, ਅੰਧ ਬਿਖ, ਬਿਖ ਨਾਮ ਵਿਸ਼ੇ ਵਿਕਾਰਾਂ ਦਾ, ਅੰਨੇ ਹੋ ਕੇ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਲੱਗੇ ਹੋਏ ਆ। ਕੋਈ ਕਾਮ ਦੇ ਵਿੱਚ, ਕੋਈ ਕ੍ਰੋਧ ਦੇ ਵਿੱਚ, ਕੋਈ ਲੋਭ ਦੇ ਵਿੱਚ, ਕੋਈ ਮੋਹ ਦੇ ਵਿੱਚ, ਕੋਈ ਹੰਕਾਰ ਦੇ ਵਿੱਚ ਲੱਗਾ ਹੋਇਆ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ। ਰਾਤੇ ਤੋਂ ਭਾਵ ਬੜੇ ਤਦਾਕਾਰ ਹੋਏ, ਮਨ ਕਰਕੇ ਚਾਹੁੰਦੇ ਪਏ ਆ, ਰੰਗੇ ਗਏ, ਸਾਨੂੰ ਰੰਗ ਹੀ ਚੜ੍ਹ ਗਿਆ। ਵਿਕਾਰਾਂ ਦੇ ਵਿੱਚ ਰਹਿ ਕੇ, ਚੋਰ ਦੇ ਨਾਲ ਰਹਿ ਕੇ ਚੋਰੀ ਦੀ ਆਦਤ ਤੇ ਪਵੇਗੀ ਨਾ, ਠੱਗ ਦੇ ਨਾਲ ਰਵਾਂਗੇ ਤੇ ਠੱਗੀ ਦੀ ਆਦਤ ਪਵੇਗੀ। ਜਿਸ ਤਰ੍ਹਾਂ ਦੀ ਸੰਗਤ ਵਿੱਚ ਰਵਾਂਗੇ ਫਲ ਤੇ ਉਸ ਤਰ੍ਹਾਂ ਦਾ ਮਿਲੇਗਾ, ਸੋਚ ਉਸੇ ਮੁਤਾਬਕ ਬਣ ਜਾਏਗੀ। ਮਹਾਰਾਜ ਇਹਨਾਂ ਵਿਕਾਰਾਂ ਦੇ ਵਿੱਚ ਰਹਿ ਕੇ ਨਾ, ਰਹਿ ਕੇ ਸਾਨੂੰ ਰੰਗ ਹੀ ਚੜ੍ਹ ਗਿਆ। ਸਾਨੂੰ ਵਿਕਾਰਾਂ ਬਿਨਾਂ ਨੀਂਦ ਹੀ ਕੋਈ ਨਹੀਂ ਆਉਂਦੀ। ਜਿੰਨਾ ਚਿਰ ਅਸੀਂ ਚੁਗਲੀ ਨਾ ਕਰ ਲਈਏ, ਜਿੰਨਾ ਚਿਰ ਅਸੀਂ ਨਿੰਦਿਆ ਨਾ ਕਰ ਲਈਏ, ਜਿੰਨਾ ਚਿਰ ਅਸੀਂ ਮਾੜਾ ਕੋਈ ਬਚਨ ਨਾ ਕਰ ਲਈਏ। ਸਤਿਗੁਰੂ ਜੀ ਗੁਰਬਾਣੀ ਵਿੱਚ ਬਖਸ਼ਿਸ਼ ਕਰਦੇ, ਕਹਿਣ ਲੱਗੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਸਾਡੇ ਨੇਤਰ ਕਿਸ ਤਰ੍ਹਾਂ ਦੇ ਨੇ? ਪਰਾਏ ਨੂੰ ਤੱਕਣ ਵਾਸਤੇ ਦ੍ਰਿਸ਼ਟੀ, ਸਾਡੀ ਅੱਖਾਂ ਬਿਲਕੁਲ ਕੰਮ ਕਰਦੀਆਂ। ਜੇ ਆਖੀਏ ਨਾ ਵੀ ਇਹਨਾਂ ਅੱਖਾਂ ਦੇ ਨਾਲ ਤੂੰ ਬਾਣੀ ਪੜ੍ਹ ਲਾ, ਵੇਖ ਕੇ ਕਹਿਣ ਲੱਗਾ ਅੱਖਾਂ ਵਿੱਚੋਂ ਪਾਣੀ ਵਗਦਾ, ਅੱਖਾਂ ਦਰਦ ਹੁੰਦੀਆਂ ਨੇ, ਮੇਰੀਆਂ ਤੇ ਅੱਖਾਂ ਠੀਕ ਹੀ ਕੋਈ ਨਹੀਂ, ਐਨਕ ਲੱਭਣੀ ਪਵੇਗੀ। ਹੁਣ ਕਿਹੜਾ ਐਨਕ ਲੱਭੇ, ਕਿਹੜਾ ਲਿਆ ਕੇ ਇਸ ਨੂੰ ਫੜਾਵੇ? ਪਰ ਦੂਸਰੇ ਪਾਸੇ ਜਦੋਂ ਕਿਸੇ ਦੇ ਰੂਪ ਨੂੰ ਤੱਕਣਾ ਹੁੰਦਾ, ਫਿਰ ਕੋਈ ਗੱਲ ਹੀ ਨਹੀਂ, ਫਿਰ ਸਭ ਕੁਝ ਵੇਖ ਲੈਂਦਾ। ਮਹਾਰਾਜ ਕਹਿਣ ਲੱਗੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ। ਵਿਕਾਰੀ ਦ੍ਰਿਸ਼ਟੀ ਵੇਖਣ ਵਾਸਤੇ ਬਿਲਕੁਲ ਇਸ ਨੂੰ ਦਿਸਦਾ ਪਿਆ। ਨਾਮ ਜਪਣ ਦੀ ਗੱਲ ਕਰੀਏ, ਆਖਦਾ ਅੱਖਾਂ ਥੱਕ ਗਈਆਂ, ਮੈਂ ਤੇ ਸੌਂ ਚੱਲਿਆ। ਨਾਮ ਵੇਲੇ ਸੌਂਦਾ ਪਿਆ, ਵਿਕਾਰਾਂ ਵੇਲੇ ਬਿਲਕੁਲ ਵੇਖਦਾ ਪਿਆ। ਇਹ ਵਿਕਾਰ ਲੱਗਾ ਹੋਇਆ ਹੈ, ਇਹ ਵਿਕਾਰ ਛੱਡਿਆ ਨਹੀਂ ਜਾ ਸਕਦਾ। ਦੂਜਾ ਬਚਨ ਮਹਾਰਾਜ ਕਰਦੇ, ਕਹਿਣ ਲੱਗੇ ਸ਼ਰਵਣ ਸੋਏ ਸੁਣ ਨਿੰਦ ਵਿਵਹਾਰ। ਜਿਹੜੇ ਤੇਰੇ ਸਰਵਣ ਕੰਨ ਨੇ ਨਾ ਭਾਈ, ਪਾਤਸ਼ਾਹ ਕਹਿਣ ਲੱਗੇ ਉਹ ਤੇਰੇ ਕੰਨ ਜਿਹੜੇ ਨੇ ਸੁੱਤੇ ਹੋਏ ਨੇ, ਕਿਹਦੇ ਵਿੱਚ? ਨਿੰਦਿਆ ਦੇ ਵਿੱਚ ਲੱਗੇ ਹੋਏ। ਕਹੀਏ ਵੀ ਨਾਮ ਸੁਣ ਲਾ, ਬਾਣੀ ਸੁਣ ਲਾ, ਨਹੀਂ, ਨੀਂਦ ਆਉਂਦੀ ਹੈ, ਸਮਾਂ ਕੋਲ ਨਹੀਂ ਹੈ। ਪਰ ਨਿੰਦਿਆ ਵਾਸਤੇ ਸਮਾਂ ਵੀ ਕੋਲ ਹੈ, ਨੀਂਦ ਵੀ ਕੋਈ ਨਹੀਂ ਆਉਂਦੀ। ਜਿੰਨਾ ਮਰਜ਼ੀ ਇਹਨੂੰ ਗਲੀ ਵਿੱਚ ਖੜਾ ਕਰ ਛੱਡ, ਘਰ ਦੇ ਦਰਵਾਜ਼ੇ 'ਤੇ ਖੜਾ ਕਰ ਛੱਡ, ਬਾਜ਼ਾਰ ਦੇ ਵਿੱਚ ਜਿੰਨਾ ਚਿਰ ਮਰਜ਼ੀ ਖਲੋਤਾ ਜਾਵੇ, ਜਿੰਨੀਆਂ ਮਰਜ਼ੀ ਲੋਕਾਂ ਦੀਆਂ ਗੱਲਾਂ ਕਰਦਾ, ਸੁਣਦਾ ਰਹੇਗਾ, ਥੱਕੇਗਾ ਕੋਈ ਨਹੀਂ। ਇਹ ਵਿਕਾਰਾਂ ਨੇ ਘੇਰਿਆ ਹੋਇਆ। ਸ਼ਰਵਣ ਸੋਏ ਸੁਣ ਨਿੰਦ ਵਿਚਾਰ। ਨਿੰਦਿਆ ਸੁਣ ਕੇ ਰੱਬ ਦੇ ਨਾਮ ਦੇ ਵੱਲੋਂ ਕੰਨ ਸੁੱਤੇ ਨੇ, ਪਰ ਨਿੰਦਿਆ ਵੱਲ ਬਿਲਕੁਲ ਜਾਗਦੇ ਪਏ ਨੇ। ਤੇ ਮਹਾਰਾਜ ਅਗਲਾ ਬਚਨ ਕਰਦੇ, ਕਹਿਣ ਲੱਗੇ ਰਸਨਾ ਸੋਈ ਲੋਭ ਮਿੱਠੇ ਸਾਧ। ਇਹ ਜਿਹੜੀ ਜ਼ੁਬਾਨ ਹੈ ਨਾ, ਲੋਭ ਦੀਆਂ ਗੱਲਾਂ ਕਰਨ ਵਾਸਤੇ, ਮਿੱਠੇ ਮਿੱਠੇ ਸਵਾਦ ਲੈਣ ਵਾਸਤੇ ਤੇ ਜਾਗਦੀ ਪਈ ਹੈ, ਨਾਮ ਦੇ ਵਾਸਤੇ ਸੁੱਤੀ ਪਈ ਹੈ। ਪਦਾਰਥ ਨੂੰ ਵੇਖ ਕੇ ਤੇ ਇਹ ਜ਼ੁਬਾਨ ਇਹ ਗੱਲ ਕਹਿੰਦੀ ਹੈ ਵੀ ਇਹ ਪਦਾਰਥ ਮੇਰੇ ਮੂੰਹ 'ਤੇ ਆ ਜਾਵੇ, ਮੇਰੀ ਜ਼ੁਬਾਨ 'ਤੇ ਰੱਖੋ, ਮੈਂ ਸਵਾਦ ਵੇਖਾਂ। ਪਰ ਕਹਿਣ ਲੱਗੇ ਜਦੋਂ ਜ਼ੁਬਾਨ ਨੂੰ ਆਖੀਏ ਵੀ ਨਾਮ ਜਪ, ਉਦੋਂ ਨਹੀਂ ਬੋਲਦੀ। ਆਖੀਏ ਨਾ ਬਾਣੀ ਪੜ੍ਹ। ਹੁਣ ਆਪਾਂ ਅਰਦਾਸ ਕਰਦੇ ਹਾਂ ਨਾ, ਅਰਦਾਸ ਦੇ ਵਿੱਚ ਆਖਿਆ ਜਾਂਦਾ ਵੀ ਸਾਰੇ ਜਣ ਮਿਲ ਕੇ ਆਖੋ ਵਾਹਿਗੁਰੂ, ਤੇ ਅਸੀਂ ਮਾੜੀ ਜਿਹੀ ਆਵਾਜ਼ ਕੱਢਦੇ ਹਾਂ, ਬੋਲਦੀ ਨਹੀਂ ਹੈ ਜ਼ੁਬਾਨ, ਜ਼ੋਰ ਲਾਉਂਦੇ ਹੀ ਨਹੀਂ ਵੀ ਵਾਹਿਗੁਰੂ ਵੀ ਉੱਚੀ ਕਹਿ ਲਈਏ। ਪਾਠ ਕਰਦਾ ਹੈ ਤੇ ਆਵਾਜ਼ ਉੱਚੀ ਨਹੀਂ ਨਿਕਲਦੀ ਹੈ, ਗੱਲਾਂ ਕਰਦਾ ਹੈ ਤੇ ਫਿਰ ਜ਼ੁਬਾਨ ਦੀ ਆਵਾਜ਼ ਕੰਟਰੋਲ ਨਹੀਂ ਹੁੰਦੀ। ਫਿਰ ਆਖੀਦਾ ਵੀ ਹੌਲੀ ਬੋਲ, ਕਹਿਣ ਲੱਗਾ ਵੀ ਨਹੀਂ, ਹੌਲੀ ਬੋਲਿਆਂ ਗੱਲ ਨਹੀਂ ਬਣਦੀ ਹੈ। ਇਹ ਜ਼ੁਬਾਨ ਇਸ ਤਰ੍ਹਾਂ ਦੀ ਹੈ, ਲੋਭ ਦੇ ਵਿੱਚ ਲੱਗ ਕੇ ਮਿੱਠੇ ਮਿੱਠੇ ਸਵਾਦ ਲੈਣ ਵਾਸਤੇ ਤੇ ਕਾਇਮ ਹੈ,
ਤੇ ਨਾਮ ਜਪਣ ਦੀ ਗੱਲ ਆ ਜਾਵੇ ਉਦੋਂ ਕਾਇਮ ਨਹੀਂ ਹੈ, ਉਦੋਂ ਬਿਲਕੁਲ ਡਰਾਕਲ ਤੇ ਕਮਜ਼ੋਰ ਹੋ ਜਾਂਦੀ ਹੈ। ਭਗਤਾਂ ਨੇ ਤਾਂ ਹੀ ਬਚਨ ਕੀਤੇ ਨਾ, ਕਹਿਣ ਲੱਗੇ ਰੇ ਜਿਹਬਾ ਤੇਰੇ ਕਰੋ ਸੱਤ ਖੰਡ, ਸੱਤ ਤੋਂ ਭਾਵ ਗੁਰਮੁਖੋ 100, ਇਹ ਜ਼ੁਬਾਨ ਤੇਰੇ 100 ਟੋਟੇ ਕਰਦਿਆਂ, ਨਿੱਕੇ ਨਿੱਕੇ ਟੋਟੇ ਕਰਦਿਆਂ, ਜਾਮ ਨਾ ਉਚਰਸ ਸ੍ਰੀ ਗੋਬਿੰਦ, ਜਿੰਨਾ ਚਿਰ ਤੂੰ ਪ੍ਰਮਾਤਮਾ ਦੇ ਨਾਮ ਨੂੰ ਉਚਰਦੀ ਨਹੀਂ ਨਾ, ਕਹਿੰਦੀ ਨਹੀਂ ਨਾ, ਜਪਦੀ ਨਹੀਂ ਨਾ, ਐਸਾ ਤੈਨੂੰ ਮੈਂ ਦੰਡ ਦੇਵਾਂਗਾ, ਐਸੀ ਸਜ਼ਾ ਦੇਵਾਂਗਾ। ਇਹ ਭਗਤਾਂ ਦੇ ਬਚਨ ਨੇ। ਮਹਾਰਾਜ ਕਹਿਣ ਲੱਗੇ ਰਸਨਾ ਸੋਈ, ਜ਼ੁਬਾਨ ਸੁੱਤੀ ਹੋਈ ਹੈ, ਰੱਬ ਦੇ ਨਾਮ ਵੱਲੋਂ ਜਪਣਾ ਨਹੀਂ ਚਾਹੁੰਦੀ ਹੈ। ਲੋਭ ਮਿੱਠੇ ਸਾਧ, ਪਰ ਕਹਿਣ ਲੱਗੇ ਲੋਭ ਦੇ ਵਿੱਚ ਪੈ ਕੇ ਸਵਾਦ ਲੈਣ ਵਾਸਤੇ, ਆਨੰਦ ਲੈਣ ਵਾਸਤੇ ਜ਼ੁਬਾਨ ਬੜੀ ਜਾਗਦੀ ਹੈ, ਕੰਮ ਕਰਦੀ ਹੈ। ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਇਹ ਗੁਰੂ ਰਾਮਦਾਸ ਪਾਤਸ਼ਾਹ ਦਾ ਫਰਮਾਨ ਆਪਾਂ ਸਰਵਣ ਕਰਦੇ ਪਏ। ਐਸੇ ਵਕਾਰ ਨੇ ਜਿਨ੍ਹਾਂ ਵਿੱਚ ਅਸੀਂ ਰੰਗੇ ਗਏ ਹਾਂ। ਮਹਾਰਾਜ ਕਹਿਣ ਲੱਗੇ ਅਗਲਾ ਬਚਨ ਹੈ ਮਨ ਸੋਇਆ ਮਾਇਆ ਬਿਸਮਾਦ, ਮਾਇਆ ਦੇ ਰੰਗ ਦੇ ਵਿੱਚ, ਆਨੰਦ ਦੇ ਵਿੱਚ, ਮਾਇਆ ਦੀ ਪ੍ਰਾਪਤੀ ਵਾਸਤੇ, ਮਾਇਆ ਦੇ ਸੁਪਨੇ ਲੈਣ ਵਾਸਤੇ ਮਨ ਤੇ ਬਿਲਕੁਲ ਤਗੜਾ ਹੈ। ਨਹੀਂ ਨੀਂਦ ਆਉਂਦੀ ਹੈ, ਕੰਮ ਵਿੱਚ ਲੱਗਾ ਹੋਇਆ ਹੈ, ਨਹੀਂ ਨੀਂਦ ਆਉਂਦੀ ਹੈ, ਵਕਾਰ ਕਮਾਉਂਦਾ ਪਿਆ। ਬੁਰੇ ਕਾਮ ਕੋ ਊਠ ਖਲੋਆ, ਨਾਮ ਕੀ ਬੇਲਾ ਪੈ ਪੈ ਸੋਇਆ। ਮਹਾਰਾਜ ਕਹਿਣ ਲੱਗੇ ਮਾੜਾ ਕੰਮ ਤੇ ਨੀਂਦ ਨਹੀਂ ਆਈ, ਰਾਤ ਵੀ ਜਾਗਦਾ ਤੇ ਕੰਧਾਂ ਟੱਪ ਜਾਂਦਾ ਹੈ। ਨਾਮ ਜਪਣ ਦੀ ਗੱਲ ਕਰੀਏ ਤੇ ਫਿਰ ਦਲਿੱਦਰ ਤੇ ਸੁਸਤੀ ਪੈ ਜਾਂਦੀ, ਨੀਂਦ ਆ ਜਾਂਦੀ ਹੈ। ਮਨ ਸੋਇਆ, ਮਾਇਆ ਦੇ ਬਿਸਮਾਦ ਰੰਗ ਦੇ ਵਿੱਚ ਮਨ ਸੁੱਤਾ ਹੋਇਆ, ਉਹਦੇ ਵਿੱਚ ਲੱਗਾ ਹੋਇਆ। ਤੇ ਪਾਤਸ਼ਾਹ ਕਹਿਣ ਲੱਗੇ ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਇਸ ਸਰੀਰ ਰੂਪੀ ਘਰ ਵਿੱਚ ਕੋਈ ਜਾਗਦਾ ਹੈ। ਤੇ ਜਿਹੜਾ ਕੋਈ ਜਾਗਦਾ ਪਿਆ ਨਾ, ਸਾਬਤ ਵਸਤ ਉਹ ਆਪਣੀ ਲਹੈ, ਉਹ ਆਪਣੀ ਸਾਬਤ ਵਸਤੂ ਨੂੰ ਪ੍ਰਾਪਤ ਕਰ ਸਕਦਾ। ਉਹਦੀ ਸਾਬਤ ਵਸਤੂ ਹੈ ਜਿਹੜਾ ਜਾਗਦਾ ਪਿਆ ਗਿਆਨ ਅਵਸਥਾ ਦੇ ਵਿੱਚ, ਉਹਨੇ ਆਪਣੇ ਸਾਹਾਂ ਦਾ ਮੁੱਲ ਪਾ ਲਿਆ ਨਾਮ ਜਪ ਕੇ। ਜਿਹੜਾ ਸੁੱਤਾ ਹੋਇਆ ਉਹਦੇ ਸਵਾਸ ਵੀ ਵਿਰਥੇ ਜਾ ਰਿਹਾ ਤੇ ਲੱਗਾ ਵੀ ਗਲਤ ਕੰਮ ਦੇ ਵਾਸਤੇ ਹੈ। ਤੇ ਪਾਤਸ਼ਾਹ ਕਹਿਣ ਲੱਗੇ ਸਗਲ ਸਹੇਲੀ ਆਪਣੇ ਰਸ ਮਾਤੀ, ਇਹ ਜਿੰਨੀਆਂ ਸਾਡੀਆਂ ਸਹੇਲੀਆਂ ਨੇ ਨਾ, ਸਹੇਲੀਆਂ ਤੋਂ ਭਾਵ ਸਾਡੀਆਂ ਇੰਦਰੀਆਂ, ਇਹ ਸਾਰੀਆਂ ਆਪਣੇ ਰਸ ਵਿੱਚ ਲੱਗੀਆਂ ਹੋਈਆਂ। ਅੱਖਾਂ ਆਪਣਾ ਆਨੰਦ ਲੈਂਦੀਆਂ ਪਈਆਂ ਵੇਖਣ ਦਾ, ਕੰਨ ਆਪਦਾ ਆਨੰਦ ਲੈਂਦੇ ਪਏ ਸੁਣਨ ਦਾ, ਜ਼ੁਬਾਨ ਆਪਣਾ ਆਨੰਦ ਲੈਂਦੀ ਪਈ ਹੈ ਪਦਾਰਥਾਂ ਦੇ ਸਵਾਦ ਦਾ, ਪੈਰ ਆਪਣੇ ਵਕਾਰਾਂ ਦੇ ਵੱਲ ਜਾਣ ਵਾਸਤੇ ਨਜ਼ਾਰਾ ਲੈਂਦੇ ਪਏ, ਹੱਥ ਚੋਰੀ ਜਾਰੀ ਵੱਲ ਲੱਗੇ ਹੋਏ। ਮਨ ਜਿਹੜਾ ਹੈ ਨਿੰਦਿਆ ਤੇ ਵਕਾਰਾਂ ਵਿੱਚ ਲੱਗਾ ਹੋਇਆ। ਮਹਾਰਾਜ ਕਹਿਣ ਲੱਗੇ ਸਖੀ ਸਹੇਲੀ, ਇਹ ਜਿੰਨੀਆਂ ਸਾਡੀਆਂ ਇੰਦਰੀਆਂ ਨੇ, ਸਰੀਰ ਦੇ ਅੰਗ ਨੇ, ਇਹੋ ਹੀ ਨੇ ਨਾ ਸਾਡੇ ਮਿੱਤਰ ਤੇ ਸਹੇਲੀਆਂ ਵੀ ਭਾਈ ਇਹੋ ਹੀ ਨੇ। ਕਹਿਣ ਲੱਗੇ ਆਪਣੇ ਰਸ ਮਾਤੀ, ਇਹ ਸਾਰੀਆਂ ਆਪਣੇ ਰਸ ਵਿੱਚ ਮਸਤ ਹੋਈਆਂ ਪਈਆਂ, ਲੱਗੀਆਂ ਹੋਈਆਂ, ਕਿਸੇ ਨੂੰ ਫਿਕਰ ਹੀ ਕੋਈ ਨਹੀਂ ਹੈ। ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਆਪਣੇ ਘਰ ਦੀ ਖਬਰ ਨਹੀਂ ਜਾਣਦੀਆਂ ਵੀ ਸਾਡੇ ਘਰ ਵਿੱਚ ਕੀ ਹੁੰਦਾ ਪਿਆ। ਹੁਣ ਮੰਨ ਲਓ ਵੀ ਘਰ ਲੁੱਟਿਆ ਜਾ ਰਿਹਾ ਤੇ ਸਾਰੇ ਜੀ ਸੌਂ ਜਾਣ ਮੰਜੇ ਤੇ ਚੜ੍ਹ ਕੇ, ਕੋਈ ਗੱਲ ਨਹੀਂ, ਤੇ ਘਰ ਤੇ ਚੋਰ ਸਾਫ਼ ਕਰ ਦੇਣਗੇ। ਘਰ ਬਚਾਉਣਾ ਤੇ ਜਾਗਣਾ ਪਵੇਗਾ। ਮੁਸਨਹਾਰ ਪੰਚ ਬਟਵਾਰੇ, ਸੂਨੇ ਨਗਰ ਪਰੇ ਠੱਗ ਹਾਰੇ। ਇਹ ਲੁੱਟਣ ਵਾਲੇ ਨੇ ਪੰਜ ਵਕਾਰ, ਚੋਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਲੁੱਟਦੇ ਪਏ ਨੇ ਪੰਜੇ ਦੇ ਪੰਜੇ, ਪਰ ਨਗਰ ਅੱਗੋਂ ਜਿਹੜਾ ਸਰੀਰ ਰੂਪੀ ਨਗਰ ਹੈ ਸੁੰਨਾ ਪਿਆ ਹੋਇਆ, ਕੋਈ ਉਸ ਦੀ ਰਾਖੀ ਕਰਨ ਵਾਲਾ ਹੈ ਨਹੀਂ। ਸ਼ੁਭ ਗੋਣੇ ਦੇ ਵਿੱਚੋਂ ਲੁੱਟੇ ਜਾ ਰਿਹਾ ਗੁਰਮੁਖਾ। ਹੁਣ ਤੇ ਰਾਖੈ ਮਾਪ ਬਾਪ ਨਾ ਮਾਈ, ਉਹਨਾਂ ਵਕਾਰਾਂ ਤੋਂ ਮਾਂ ਪਿਓ ਵੀ ਨਹੀਂ ਬਚਾ ਸਕਦਾ। ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਤੋਂ ਮਾਂ ਵੀ ਨਹੀਂ ਬਚਾ ਸਕਦੀ, ਬਾਪ ਵੀ ਨਹੀਂ ਬਚਾ ਸਕਦਾ। ਬਾਹਰੋਂ ਕੋਈ ਆ ਕੇ ਚੋਰ ਪੈ ਜਾਵੇ ਨਾ, ਠੱਗ ਪੈ ਜਾਵੇ, ਮਾੜਾ ਚੰਗਾ ਬੋਲੇ ਤੇ ਸਾਡੇ ਰਿਸ਼ਤੇਦਾਰ ਇਕੱਠੇ ਹੋ ਜਾਂਦੇ, ਮਦਦ ਕਰਦੇ। ਪਰ ਇਹ ਗੁਰਮੁਖੋ ਵਕਾਰ ਇਹੋ ਜਿਹੇ ਨੇ, ਇਹਨਾਂ ਵਕਾਰਾਂ ਤੋਂ ਕੋਈ ਰਿਸ਼ਤੇਦਾਰ, ਕੋਈ ਮਾਂ ਬਾਪ ਵੀ ਨਹੀਂ ਬਚਾ ਸਕਦਾ, ਆਪਣੇ ਆਪ ਬਚਣਾ ਪੈਂਦਾ।
ਮਹਾਰਾਜ ਕਹਿਣ ਲੱਗੇ ਉਣ ਤੇ ਰਾਖੈ ਬਾਪ ਨਾ ਮਾਈ। ਇਹਨਾਂ ਵਕਾਰਾਂ ਤੋਂ ਮਾਂ ਬਾਪ ਵੀ ਤੈਨੂੰ ਬਚਾ ਨਹੀਂ ਪਾਉਣਗੇ, ਆਪਣੇ ਆਪ ਤੈਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਪਵੇਗਾ। ਉਣ ਤੇ ਰਾਖੈ ਮੀਤ ਨਾ ਭਾਈ। ਉਹਨਾਂ ਵਕਾਰਾਂ ਤੋਂ ਤੈਨੂੰ ਮਿੱਤਰ ਵੀ ਤੇਰੇ ਨਹੀਂ ਬਚਾ ਸਕਦੇ। ਮਹਾਰਾਜ ਨੇ ਆਖਿਆ ਨਾ, ਜੈਸੇ ਰਨ ਮੈਂ ਸਖਾ ਭਰਾਤ। ਬਾਹਰ ਜੰਗ ਪੈ ਜਾਵੇ ਨਾ ਦੁਸ਼ਮਣ ਦੇ ਨਾਲ, ਤੇ ਮਿੱਤਰ ਵੀ ਆ ਜਾਂਦੇ, ਭਰਾ ਵੀ ਆ ਜਾਂਦੇ, ਮਦਦ ਕਰਦੇ। ਪਰ ਗੁਰਮੁਖਾ ਜਿਹੜੀ ਤੇਰੀ ਜੰਗ ਵਕਾਰਾਂ ਦੇ ਨਾਲ ਲੱਗੀ ਹੈ ਨਾ, ਇੱਥੇ ਮਿੱਤਰ ਵੀ ਕੁਝ ਨਹੀਂ ਉਹ ਕਰ ਸਕਦੇ, ਤੇ ਭਰਾਵਾਂ ਨੇ ਵੀ ਕੁਝ ਨਹੀਂ ਉਹ ਕਰਨਾ। ਉਣ ਤੇ ਰਾਖੇ ਮੀਤ ਨਾ ਭਾਈ। ਨਾ ਭਾਈ ਤੇ ਨਾ ਮਿੱਤਰ ਵੀ ਤੈਨੂੰ ਵਕਾਰਾਂ ਦੀ ਜੰਗ ਵਿੱਚ ਤੇਰੀ ਰੱਖਿਆ ਨਹੀਂ ਕਰਨਗੇ, ਤੈਨੂੰ ਇਕੱਲੇ ਨੂੰ ਅੱਗੇ ਹੋ ਕੇ ਉਹਨਾਂ ਨਾਲ ਮੁਕਾਬਲਾ ਕਰਨਾ ਪੈਣਾ। ਤੇ ਕਿਸੇ ਸਿਆਣੇ ਬੰਦੇ ਨੇ ਆਖਿਆ, ਜਿੱਥੇ ਮਿੱਤਰ ਕੰਮ ਨਾ ਕਰਨ, ਭੈਣ ਭਰਾ ਕੰਮ ਨਾ ਕਰਨ, ਉੱਥੇ ਮਾਇਆ ਕੰਮ ਕਰਦੀ ਹੈ ਨਾ। ਮਾਇਆ ਦੇ ਕੇ ਖਰੀਦ ਲਓ। ਦੁਸ਼ਮਣ ਵੀ ਖਰੀਦਿਆ ਜਾਂਦਾ ਮਾਇਆ ਦੇ ਨਾਲ। ਮੇਰੇ ਕੋਲ ਬਹੁਤੀ ਮਾਇਆ ਹੋਵੇ ਤੇ ਮੈਂ ਦੁਸ਼ਮਣ ਵੀ ਖਰੀਦ ਲਵਾਂ, ਦੁਸ਼ਮਣ ਨੂੰ ਵੀ ਮਿੱਤਰ ਬਣਾ ਲਵਾਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਦਰਬ ਸਿਆਣਪ ਨਾ ਹੋਏ ਰਹਤੇ। ਤੇਰੇ ਕੋਲ ਜਿੰਨੀ ਮਰਜ਼ੀ ਮਾਇਆ ਹੈ ਨਾ, ਤੇ ਤੂੰ ਕਹਿ ਦੇ ਕਾਮ ਕ੍ਰੋਧ ਨੂੰ ਵੀ ਲਓ ਮੇਰੇ ਤੋਂ ਇੰਨੀ ਮਾਇਆ ਲੈ ਲਓ, ਮੈਨੂੰ ਛੱਡ ਦਿਓ, ਉਹ ਮਾਇਆ ਲੈ ਕੇ ਵੀ ਨਹੀਂ ਛੱਡਦੇ। ਦੁਨੀਆ ਦੇ ਚੋਰਾਂ ਕੋਲੋਂ, ਦੁਨੀਆ ਦੇ ਠੱਗਾਂ ਕੋਲੋਂ ਤੂੰ ਮਾਇਆ ਦੇ ਕੇ ਛੁੱਟ ਸਕਦਾ, ਵੀ ਜਾਨ ਛੱਡ ਦਿਓ ਤੇ ਧਨ ਲੈ ਲਓ ਮੇਰੇ ਕੋਲੋਂ, ਛੱਡ ਦੇਣਗੇ। ਪਰ ਕਾਮ ਕ੍ਰੋਧ ਲੂਪੀ ਜਿਹੜੇ ਚੋਰ ਨੇ ਨਾ, ਇਹਨਾਂ ਦੇ ਅੱਗੇ ਜਿੰਨੀ ਮਰਜ਼ੀ ਤੂੰ ਮਾਇਆ ਰੱਖ ਦੇ, ਇਹ ਮਾਇਆ ਰੱਖ ਕੇ ਵੀ ਬੰਦੇ ਨੂੰ ਛੱਡਦੇ ਨਹੀਂ। ਜੇ ਮਾਇਆ ਲੈ ਕੇ ਛੱਡਦੇ ਹੋਣ ਤੇ ਜਿੰਨੇ ਅਮੀਰ ਆਦਮੀ ਨੇ, ਅਰਬਾਂ ਖਰਬਾਂ ਪਤੀ ਨੇ, ਉਹ ਸਾਰੇ ਮਾਇਆ ਦੇ ਕੇ ਤੇ ਵਿਕਾਰਾਂ ਤੋਂ ਰਹਿਤ ਹੋ ਜਾਣ। ਕਦੇ ਕਾਮ ਨੂੰ ਕੋਈ ਦੇ ਦੇਣ, ਕਦੇ ਕ੍ਰੋਧ ਨੂੰ ਕੋਈ ਦੇ ਦੇਣ, ਕਦੇ ਲੋਭ ਨੂੰ ਕੋਈ ਦੇ ਦੇਣ, ਤੇ ਇਹਨਾਂ ਦੇ ਕੋਲੋਂ ਮੁਕਤ ਹੋ ਜਾਣ। ਮਹਾਰਾਜ ਕਹਿਣ ਲੱਗੇ, ਨਹੀਂ ਉਹ ਭਾਈ, ਦਰਬ ਦੇ ਨਾਲ ਵੀ ਨਹੀਂ ਬਚਿਆ ਜਾ ਸਕਦਾ। ਤੇ ਸਿਆਣਪ ਤੇਰੇ ਵਿੱਚ ਜਿੰਨੀ ਮਰਜ਼ੀ ਹੋਵੇ, ਦੁਨੀਆ ਦੀ ਚਤੁਰਾਈ ਚਲਾਕੀ ਜਿੰਨੀ ਮਰਜ਼ੀ ਤੂੰ ਜਾਣਦਾ ਹੋਵੇ, ਦੁਨੀਆ ਨੂੰ ਸਲਾਹਾਂ ਬੜੀਆਂ ਤੂੰ ਦੇ ਰਿਹਾ ਹੋਵੇ, ਪਰ ਕਹਿਣ ਲੱਗੇ ਇਹਨਾਂ ਸਲਾਹਾਂ ਦੇ ਨਾਲ, ਸਿਆਣਪਾਂ ਦੇ ਨਾਲ ਵੀ ਉਹਨਾਂ ਕੋਲੋਂ ਕੋਈ ਨਹੀਂ ਉਹ ਬਚਿਆ ਜਾ ਸਕਦਾ। ਦਰਬ ਸਿਆਣਪ, ਇੱਕ ਤੇ ਮਾਇਆ ਬਹੁਤੀ ਕੋਲ, ਇੱਕ ਸਿਆਣਪ ਬਹੁਤੀ ਕੋਲ ਹੋਵੇ ਨਾ ਹੋਏ ਰਹਤੇ, ਇਹਨਾਂ ਦੇ ਨਾਲ ਵੀ ਉਹ ਵਕਾਰ ਪਿੱਛੇ ਨਹੀਂ ਹਟੇ ਰਹਿੰਦੇ। ਸਿਆਣਿਆਂ ਨੂੰ ਵੀ ਆ ਕੇ ਚਿੰਬੜ ਗਏ ਤੇ ਮਾਇਆ ਧਾਰੀਆਂ ਨੂੰ ਵੀ ਆ ਕੇ ਉਹ ਚਿੰਬੜੇ ਹੋਏ, ਜਿਹੜੇ ਐਸੇ ਵਕਾਰ ਨੇ। ਤੇ ਮਹਾਰਾਜ ਜੀ ਨੂੰ ਪੁੱਛਿਆ, ਪਾਤਸ਼ਾਹ ਜੀ ਫਿਰ ਆਪ ਜੀ ਰਸਤੇ ਪਾਓ ਨਾ, ਤੁਹਾਡੇ ਕੋਲ ਆਏ ਆ, ਕਿਉਂ ਚੱਲ ਹੈ ਗੁਰ ਚਾਲੀ। ਗੁਰੂ ਦੇ ਰਸਤੇ ਤੇ ਅਸੀਂ ਚੱਲ ਨਹੀਂ ਸਕਦੇ, ਪਰ ਕਿਵੇਂ ਚੱਲੀਏ ਮਹਾਰਾਜ ਕਿਰਪਾ ਕਰਕੇ ਦੱਸ ਦਿਓ ਵੀ ਸਾਨੂੰ ਕੀ ਕਰਨਾ ਪਵੇਗਾ। ਵਕਾਰਾਂ ਤੋਂ ਬਚਣ ਵਾਸਤੇ ਪੈਸਾ ਕੰਮ ਨਹੀਂ ਆਇਆ, ਸਿਆਣਪ ਕੰਮ ਨਹੀਂ ਆਈ, ਮਿੱਤਰ ਤੇ ਭਾਈ ਕੰਮ ਨਹੀਂ ਆਏ, ਮਾਂ ਤੇ ਬਾਪ ਕੰਮ ਨਹੀਂ ਆਏ। ਤੇ ਪਾਤਸ਼ਾਹ ਫਿਰ ਕਿਹੜੀ ਵਸਤੂ ਇਹੋ ਜਿਹੀ ਹੈ ਜਿਹੜੀ ਵਕਾਰਾਂ ਤੋਂ ਬਚਾ ਦੇਵੇਗੀ, ਆਪ ਜੀ ਕਿਰਪਾ ਕਰਕੇ ਦੱਸੋ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਸਾਧ ਸੰਗ ਹੋਏ ਦੁਸ਼ਟ ਵਸ ਹੋਤੇ। ਗੁਰੂ ਦੀ ਸੰਗਤ ਜਿਹੜੀ ਹੈ ਨਾ, ਇਹਦੇ ਵਿੱਚ ਆ ਕੇ ਇਹ ਜਿਹੜੇ ਦੁਸ਼ਟ ਨੇ ਨਾ, ਪੰਜ ਵਕਾਰ, ਇੱਥੇ ਆ ਕੇ ਵਸ ਹੋ ਸਕਦੇ। ਸਾਧ ਸੰਗਤ ਤੇਰੀ ਮਦਦ ਕਰ ਸਕਦੀ ਹੈ। ਭਰਾ ਤੇ ਮਿੱਤਰ ਨਹੀਂ ਕਰ ਸਕੇ, ਮਾਂ ਤੇ ਬਾਪ ਨਹੀਂ ਕਰ ਸਕੇ, ਮਾਇਆ ਤੇ ਸਿਆਣਪ ਜਿੱਥੇ ਮਦਦ ਨਹੀਂ ਨਾ ਕਰ ਸਕੀ, ਉੱਥੇ ਗੁਰੂ ਕੀ ਸੰਗਤ ਗੁਰਮੁਖਾ ਐਸੀ ਹੈ। ਇੱਥੇ ਆ ਕੇ ਫਿਰ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਵਿੱਚ ਪਰਮੇਸ਼ਰ ਵਸਦਾ, ਜਿੱਥੇ ਪਰਮੇਸ਼ਰ ਵਸਦਾ ਉੱਥੇ ਫਿਰ ਇਹ ਵਿਕਾਰ ਆ ਕੇ ਵਸ ਵਿੱਚ ਹੁੰਦੇ। ਸੰਗਤ ਵਿੱਚ ਆ ਕੇ ਇਹਨਾਂ ਤੇ ਕਾਬੂ ਪਾਇਆ ਜਾ ਸਕਦਾ, ਨਹੀਂ ਤੇ ਕਾਬੂ ਕੋਈ ਨਹੀਂ ਇਹਨਾਂ ਤੇ ਪੈਂਦਾ। ਐਸੇ ਬਲ ਵਾਲੇ ਮਹਾਰਾਜ ਕਹਿਣ ਲੱਗੇ, ਕਰ ਕਿਰਪਾ ਮੋਹਿ ਸਾਰੰਗ ਪਾਨ। ਹੈ ਪਰਮਾਤਮਾ ਸਾਡੇ ਤੇ ਕਿਰਪਾ ਕਰ, ਸਾਡੇ ਤੇ ਰਹਿਮਤ ਕਰੋ ਪਾਤਸ਼ਾਹ ਜੀਓ। ਸੰਤ ਧੂਰ ਸਰਬ ਨਿਧਾਨ, ਜਿਹੜੇ ਤੇਰੇ ਸੰਤ ਨੇ ਨਾ, ਸਾਧੂ, ਉਹਨਾਂ ਦੀ ਧੂੜੀ ਵਿੱਚ, ਉਹਨਾਂ ਦੀ ਚਰਨਾਂ ਦੀ ਧੂੜੀ ਵਿੱਚ ਹੀ ਸਾਰੇ ਖਜ਼ਾਨੇ ਨੇ ਜਿੰਨੇ ਕਿਸੇ ਨੂੰ ਚਾਹੀਦੇ ਪ੍ਰਾਪਤ ਹੋ ਸਕਦੇ। ਸਾਬਤ ਪੂੰਜੀ ਸਤਿਗੁਰ ਸੰਗ, ਨਾਨਕ ਜਾਗੈ ਪਾਰ ਬ੍ਰਹਮ ਕੈ ਰੰਗ। ਜਿਨ੍ਹਾਂ ਨੂੰ ਪਾਰ ਬ੍ਰਹਮ ਪਰਮੇਸ਼ਰ ਦਾ ਰੰਗ ਚੜ੍ਹਿਆ, ਆਨੰਦ ਚੜ੍ਹਿਆ, ਪ੍ਰੇਮ ਚੜ੍ਹਿਆ, ਗੁਰੂ ਦੀ ਕਿਰਪਾ ਨੂੰ ਜੋ ਪ੍ਰਾਪਤ ਹੋਏ ਨੇ, ਸੋ ਜਾਗੈ ਜਿਸ ਪ੍ਰਭ ਕਿਰਪਾਲ। ਇਹ ਪੂੰਜੀ ਸਾਬਤ ਧਨ ਮਾਲ। ਜਿਨ੍ਹਾਂ ਉੱਪਰ ਪਰਮਾਤਮਾ ਕਿਰਪਾਲੂ ਹੋਇਆ ਨਾ ਗੁਰਮੁਖੋ, ਉਹਨਾਂ ਦੀ ਇਹ ਸਵਾਸਾਂ ਦੀ ਪੂੰਜੀ ਸਾਬਤ ਰਹਿੰਦੀ ਹੈ, ਉਹਨਾਂ ਦੀ ਇਹ ਨਾਮ ਰੂਪੀ ਪੂੰਜੀ ਸਾਬਤ ਰਹਿੰਦੀ ਹੈ।
ਉਹਨਾਂ ਦੀ ਸ਼ੁਭ ਗੁਣਾ ਰੂਪੀ ਪੂੰਜੀ ਸਾਬਤ ਰਹਿੰਦੀ ਹੈ, ਪੂਰੀ ਦੀ ਪੂਰੀ ਨਿਗਰਾਨੀ ਵਿੱਚ ਰਹਿੰਦੀ ਹੈ ਜਿਹੜੇ ਗੁਰੂ ਦੀ ਸੰਗਤ ਵਿੱਚ ਆ ਗਏ। ਨਹੀਂ ਤੇ ਮਹਾਰਾਜ ਕਹਿਣ ਲੱਗੇ ਵਕਾਰ ਐਸੇ ਨੇ, ਕਿਸੇ ਨੂੰ ਨਿੰਦਿਆ ਦਾ ਕਰਨ ਦਾ, ਕਿਸੇ ਨੂੰ ਸੁਣਨ ਦਾ, ਕਿਸੇ ਨੂੰ ਅੱਖਾਂ ਦਾ, ਕਿਸੇ ਨੂੰ ਕੰਨਾਂ ਦਾ, ਕਿਸੇ ਨੂੰ ਜ਼ੁਬਾਨ ਦਾ। ਕਿਸੇ ਨਾ ਕਿਸੇ ਰਸਤਿਓਂ ਇਹ ਚੋਰ ਲੁੱਟ ਕੇ ਲਈ ਜਾ ਰਹੇ ਨੇ ਤੇਰੇ ਸ਼ੁਭ ਗੁਣਾਂ ਨੂੰ, ਤੇਰੇ ਸਵਾਸਾਂ ਦੀ ਪੂੰਜੀ ਨੂੰ। ਤੇ ਇਹਨਾਂ ਚੋਰਾਂ ਨੂੰ ਕਹਿਣ ਲੱਗੇ ਵੀ ਕੋਈ ਰਿਸ਼ਤੇਦਾਰ ਨਹੀਂ ਤੈਨੂੰ ਬਚਾ ਸਕਦਾ, ਤੇ ਕੋਈ ਮਾਇਆ ਦਾ ਖਜ਼ਾਨਾ ਵੀ ਤੈਨੂੰ ਨਹੀਂ ਬਚਾ ਸਕਦਾ, ਕੋਈ ਸਿਆਣਪ ਵੀ ਤੈਨੂੰ ਬਚਾ ਨਹੀਂ ਸਕਦੀ ਹੈ। ਇਹ ਤੇ ਸਾਧ ਸੰਗਤ ਕਿਰਪਾ ਕਰੇ, ਗੁਰੂ ਕਿਰਪਾ ਕਰੇ ਤਾਂ ਇਹਨਾਂ ਤੋਂ ਬਚਿਆ ਜਾ ਸਕਦਾ। ਤੇ ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਕਹਿਣ ਲੱਗੇ ਹਮ ਅੰਧਲੇ ਅੰਧ ਬਿਖੈ ਬਿਖ ਰਾਤੇ। ਅਸੀਂ ਅੰਨੇ ਅਗਿਆਨੀ ਜੀਵ ਐ ਸਤਿਗੁਰੂ ਪਾਤਸ਼ਾਹ ਜੀਓ ਅੰਧ ਬਿਖ ਜਿਹੜੇ ਅੰਨਿਆ ਕਰਨ ਵਾਲੇ ਵਿਸ਼ੇ ਵਕਾਰ ਨੇ ਉਹਨਾਂ ਦੇ ਵਿੱਚ ਬੜੇ ਰਾਤੇ ਹੋਏ ਆ, ਬੜੇ ਰੰਗੇ ਹੋਏ ਆ। ਵਕਾਰਾਂ ਦਾ ਤੇ ਸਾਨੂੰ ਰੰਗ ਬੜਾ ਚੜਿਆ ਹੋਇਆ। ਕਦੇ ਅਸੀਂ ਕਿਸੇ ਵਕਾਰ ਦਾ ਸਵਾਦ ਲੈਂਦੇ ਹਾਂ, ਕਦੇ ਕਿਸੇ ਵਕਾਰ ਦਾ ਸਵਾਦ ਲੈਂਦੇ ਹਾਂ। ਸਵਾਦ ਲੈਂਦਿਆਂ ਲੈਂਦਿਆਂ ਸਰੀਰ ਘਸ ਗਿਆ, ਬੁੱਢਾ ਹੋ ਗਿਆ, ਪਰ ਸਵਾਦ ਨਹੀਂ ਹਾਲੇ ਮੁੱਕਿਆ। 90-100 ਸਾਲ ਦੀ ਉਮਰਾਂ ਨੂੰ ਪਹੁੰਚਿਆ ਹੋਇਆ ਬਜ਼ੁਰਗ ਵੀ ਨਾ ਜੇ ਕੋਈ ਚੁਗਲੀ ਕਰੇ ਤੇ ਉਹ ਵੀ ਕੰਨ ਨੇੜੇ ਕਰੇਗਾ ਮੂੰਹ ਦੇ ਵੀ ਇਹਦੇ ਵਿੱਚ ਕਰ, ਮੈਨੂੰ ਭਾਵੇਂ ਉੱਚਾ ਸੁਣਦਾ ਹੈ ਪਰ ਇਹ ਚੁਗਲੀ ਦਾ ਸਵਾਦ ਹਾਲੇ ਗਿਆ ਨਹੀਂ ਹੈ, ਮੈਨੂੰ ਚਾਹੀਦੀ ਹੈ ਚੁਗਲੀ ਦਾ ਸਵਾਦ ਮੈਨੂੰ ਦੇ ਦਿਓ। ਉਮਰਾਂ ਭਾਵੇਂ ਸਾਰੀ ਬਤੀਤ ਹੋ ਗਈ ਹੈ, ਹਾਲੇ ਵੀ ਨਿੰਦਿਆ ਕਰਨ ਨੂੰ, ਚੁਗਲੀ ਕਰਨ ਨੂੰ ਮਨ ਜੀ ਕਰਦਾ, ਹਾਲੇ ਵੀ ਕਿਸੇ ਨਾ ਕਿਸੇ ਨੂੰ ਬੁਲਾ ਕੇ ਕੋਈ ਨਾ ਕੋਈ ਗੱਲ ਕਹਿ ਦਿੰਦਾ ਫਲਾਣੇ ਨੇ ਇਹ ਕੀਤਾ ਜਾਂ ਇਹ ਕਰਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸਾਰੀ ਉਮਰ ਸਰੀਰ ਦੇ ਵਕਾਰਾਂ ਨੇ ਖਾ ਲਈ ਹੈ। ਸਰੀਰ ਭਾਵੇਂ ਕਮਜ਼ੋਰ ਹੋ ਗਿਆ ਤੇ ਭਾਵੇਂ ਦੁਨੀਆ ਤੋਂ ਜਾਣ ਵਾਲਾ ਹੋ ਗਿਆ, ਪਰ ਚੁਗਲੀ ਨਿੰਦਿਆ ਉਸੇ ਤਰ੍ਹਾਂ ਹੀ ਜਵਾਨ ਪਿਆ, ਬਿਲਕੁਲ ਠੀਕ ਪਿਆ। ਵੈਰ ਵਿਰੋਧ ਹਾਲੇ ਵੀ ਇਹਦੇ ਮਨ ਵਿੱਚੋਂ ਮਿਟਿਆ ਨਹੀਂ ਹੈ। ਦੁਨੀਆ ਦਾ ਇਤਿਹਾਸ ਪੜ੍ਹ ਲਈਏ, ਆਪਣਾ ਜੀਵਨ ਪੜ੍ਹ ਲਈਏ, ਵੱਡੀ ਤੋਂ ਵੱਡੀ ਉਮਰਾਂ ਵਾਲਾ ਵਿਅਕਤੀ ਵੀ ਇਹਨਾਂ ਵਕਾਰਾਂ ਵਿੱਚ ਗਰਸਿਆ ਹੋਇਆ। ਨਹੀਂ ਨਿਕਲਦੇ ਸਾਰੀ ਉਮਰ ਮਨ ਦੇ ਵਿੱਚੋਂ ਵੈਰ ਵਿਰੋਧ, ਈਰਖਾ ਭਾਵਨਾ, ਨਿੰਦਿਆ, ਚੁਗਲੀ। ਇਹ ਨਹੀਂ ਵੀ ਜਵਾਨੀ ਦੀ ਉਮਰ ਵਿੱਚ ਹੀ ਹੈ ਸਾਰਾ ਕੁਝ। ਸਾਰੀ ਉਮਰਾਂ ਜਿਨ੍ਹਾਂ ਨੇ ਖਾ ਲਈ ਹੈ, ਬਤੀਤ ਕਰ ਲਈ ਹੈ, ਉਹਨਾਂ ਦੀ ਅਵਸਥਾ ਵੀ ਉਹੀ ਜਿਹੜੀ ਸਾਡੀ ਬਣੀ ਹੋਈ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਐਸੇ ਅਗਿਆਨੀ ਜੀਵ ਹਾਂ, ਵਕਾਰਾਂ ਦੇ ਵਿੱਚ ਇਹੋ ਜਿਹਾ ਰੰਗੇ ਹੋਏ ਹਾਂ। ਵਕਾਰਾਂ ਦਾ ਰੰਗ ਚੜ੍ਹਿਆ ਪਰ ਗੁਰੂ ਦਾ ਰੰਗ ਨਹੀਂ ਚੜ੍ਹਿਆ ਹੈ। ਤੇ ਪਾਤਸ਼ਾਹ ਫਰਮਾਉਂਦੇ ਹਨ ਕਿਉਂ ਚੱਲੈ ਗੁਰ ਚਾਲੀ। ਜਿਹੜਾ ਰਸਤਾ ਗੁਰੂ ਨੇ ਦੱਸਿਆ ਫਿਰ ਉਹਦੇ ਤੇ ਚੱਲੀਏ ਕਿਵੇਂ? ਗੁਰੂ ਦਾ ਰਸਤਾ ਤੇ ਔਖਾ ਹੈ ਨਾ, ਖੰਨੇ ਉਹ ਤਿੱਖੀ ਵਾਲ ਉਹ ਨਿੱਕੀ। ਗੁਰੂ ਦਾ ਦੱਸਿਆ ਰਸਤਾ ਔਖਾ ਹੈ, ਕਿਵੇਂ ਚੱਲੀਏ ਗੁਰੂ ਦੇ ਰਾਹ ਤੇ? ਤੇ ਸਤਿਗੁਰਾਂ ਦਾ ਰਸਤਾ ਕੀ ਹੈ? ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉਠਾ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੈ ਅੰਮ੍ਰਿਤ ਸਰਨਾਵੈ ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵੇਖ ਪਾਪ ਦੋਖ ਲਹਿ ਜਾਵੈ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੈ। ਜਨ ਨਾਨਕ ਧੂਰ ਮੰਗੈ ਤਿਸ ਗੁਰ ਸਿੱਖ ਕੀ ਜੋ ਆਪ ਜਪੈ ਅਵਰੈ ਨਾਮ ਜਪਾਵੈ। ਇਹ ਹੈ ਸਤਿਗੁਰਾਂ ਦਾ ਰਸਤਾ। ਪਰ ਅੰਮ੍ਰਿਤ ਵੇਲਾ ਕਿਸੇ ਨੂੰ ਕਹਿ ਲਈਏ ਨਹੀਂ ਉੱਠਿਆ ਜਾਏਗਾ, ਇਸ਼ਨਾਨ ਅੰਮ੍ਰਿਤ ਵੇਲੇ ਨਹੀਂ ਹੋਏਗਾ, ਨਿਤਨੇਮ ਵੀ ਨਹੀਂ ਹੋਵੇਗਾ, ਸੰਗਤ ਵਿੱਚ ਵੀ ਨਹੀਂ ਆਇਆ ਜਾਏਗਾ, ਨਾਮ ਵੀ ਨਹੀਂ ਜਪਿਆ ਜਾਏਗਾ। ਗੁਰੂ ਦੇ ਰਸਤੇ ਦੱਸੇ ਤੇ ਕਿਵੇਂ ਚੱਲੀਏ? ਚੱਲਿਆ ਨਹੀਂ ਜਾਂਦਾ। ਉਹਦਾ ਕਾਰਨ ਕੀ ਹੈ? ਕਿ ਉਹਦਾ ਕਾਰਨ ਇਹ ਹੈ ਵੀ ਸਾਡਾ ਮਨ ਵਿਕਾਰਾਂ ਵਿੱਚ ਰੰਗਿਆ ਹੋਇਆ, ਵਿਕਾਰਾਂ ਦੇ ਰੰਗ ਚੜ੍ਹੇ ਹਨ। ਸਤਿਗੁਰ ਦਇਆ ਕਰੇ ਸੁਖ ਦਾਤਾ। ਸੁੱਖਾਂ ਨੂੰ ਦੇਣ ਵਾਲੇ ਸਤਿਗੁਰੂ ਸਾਡੇ ਤੇ ਦਇਆ ਹੀ ਕਰਦੇ ਨੇ, ਮਿਹਰ ਹੀ ਕਰਦੇ ਨੇ। ਸਾਡੇ ਔਗਣਾਂ ਨੂੰ, ਗੁਨਾਹਾਂ ਨੂੰ ਪਰੇ ਕਰਕੇ ਤੇ ਕੇਵਲ ਸਾਡੇ ਤੇ ਤਰਸ ਹੀ ਕਰਦੇ ਨੇ ਮਹਾਰਾਜ ਐਸੇ ਜਿਹੜੇ ਹਨ। ਹਮ ਲਾਵੈ ਆਪਨ ਪਾਲੀ। ਆਪਣੇ ਪੱਲੇ ਦੇ ਨਾਲ ਮਹਾਰਾਜ ਲਾ ਲੈਣ, ਸਾਡੂ ਕਿਰਪਾ ਕਰਕੇ ਬਖਸ਼ਿਸ਼ ਰੂਪੀ ਜਿਹੜਾ ਪੱਲਾ ਹੈ ਨਾ ਸਤਿਗੁਰੂ ਜੀਆਂ ਦਾ, ਸਾਡੀ ਬੁੱਧੀ ਨੂੰ ਉਹ ਪੱਲਾ ਬਖਸ਼ਿਸ਼ ਵਾਲਾ ਫੜਾ ਦੇਣ ਤੇ ਅਸੀਂ ਤਾਂ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਅਸੀਂ ਰਸਤੇ ਤੇ ਤੁਰ ਨਹੀਂ ਸਕਦੇ। ਅੰਨਾ ਵਿਅਕਤੀ ਰਸਤੇ ਤੇ ਤੁਰ ਨਹੀਂ ਸਕਦਾ, ਕਮਲਾ ਬੰਦਾ ਰਸਤੇ ਤੇ ਤੁਰ ਨਹੀਂ ਸਕਦਾ ਦੱਸੇ ਹੋਏ ਤੇ।
ਪਰ ਜੇ ਅੰਨੇ ਤੇ ਕਮਲੇ ਦੀ ਬਾਹ ਫੜ ਲਈਏ ਨਾ ਵੀ ਚੱਲ ਤੈਨੂੰ ਮੇਰੇ ਨਾਲ ਹੀ ਤੁਰਨਾ ਪਵੇਗਾ, ਤੇ ਫਿਰ ਅੰਨੇ ਨੂੰ ਵੀ ਰਸਤੇ ਤੇ ਤੋਰਿਆ ਜਾ ਸਕਦਾ। ਕਮਲਾ ਵੀ ਨਾਲ ਹੀ ਤੁਰ ਪੈਂਦਾ, ਬਾਹੋਂ ਫੜਿਆਂ ਤੇ ਗੱਲ ਬਣ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਐਸੇ ਅੰਨੇ ਤੇ ਕਮਲੇ ਆਪਾਂ ਵੀ ਹਾਂ। ਸਾਡਾ ਪੱਲਾ ਫੜ ਲਵੋ, ਸਾਡੀ ਬਾਹ ਫੜ ਲਵੋ ਮਹਾਰਾਜ, ਤੇ ਆਪਣਾ ਦਿਓ ਪੱਲਾ ਸਾਨੂੰ ਫੜਾ, ਫਿਰ ਅਸੀਂ ਤੁਹਾਡੇ ਦੱਸੇ ਰਸਤੇ ਤੇ ਚੱਲ ਸਕਦੇ ਹਾਂ। ਨਹੀਂ ਤੇ ਸਾਡੇ ਵਿੱਚ ਇੰਨੀ ਸਮਰੱਥਾ ਨਹੀਂ ਹੈ। ਸਤਿਗੁਰ ਦਇਆ ਕਰੇ ਸੁਖ ਦਾਤਾ, ਸੁੱਖਾਂ ਨੂੰ ਦੇਣ ਵਾਲੇ ਮਹਾਰਾਜ ਦਇਆ ਕਰਨ। ਹਮ ਲਾਵੈ ਆਪਨ ਪਾਲੀ, ਸਾਨੂੰ ਆਪਣੇ ਕਿਰਪਾ ਰੂਪੀ ਪੱਲੇ ਦੇ ਨਾਲ ਮਹਾਰਾਜ ਜੋੜ ਕੇ ਸੰਸਾਰ ਤੋਂ ਬਾਹਰ ਕੱਢ ਲੈਣ। ਐਸਾ ਸਾਡੀ ਬੁੱਧੀ ਨੂੰ ਮਹਾਰਾਜ ਜੀ ਪ੍ਰੇਰਿਤ ਕਰ ਦੇਣਾ ਕਰਨਾ। ਗੁਰਸਿੱਖ ਮੀਤ ਚਲੋ ਗੁਰ ਚਾਲੀ। ਐ ਗੁਰੂ ਕਿਉ ਸਿੱਖੋ, ਐ ਮਿੱਤਰੋ, ਗੁਰੂ ਦੇ ਦੱਸੇ ਹੋਏ ਰਸਤੇ ਦੇ ਉੱਪਰ ਚੱਲੋ ਅਤੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੋ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਨੂੰ ਇੰਨਾ ਬਲ ਉਦਮ ਬਖਸ਼ਿਸ਼ ਕਰੋ ਕਿ ਅਸੀਂ ਤੁਹਾਡੇ ਦੱਸੇ ਹੋਏ ਰਸਤੇ ਦੇ ਉੱਪਰ, ਧਰਮ ਦੇ ਰਾਹ ਦੇ ਉੱਪਰ, ਨਾਮ ਜਪਣ ਵਾਲੇ ਰਾਹ ਦੇ ਉੱਪਰ ਚੱਲ ਸਕਣਾ ਕਰੀਏ। ਜੋ ਗੁਰ ਕਹੈ ਸੋਈ ਭਲ ਮਾਨੋ। ਤੇ ਗੁਰਮੁਖੋ ਜਦੋਂ ਨਾਮ ਜਪਣਾ ਹੈ ਨਾ, ਗੁਰੂ ਦੇ ਦੱਸੇ ਰਸਤੇ ਤੇ ਚੱਲਣਾ, ਉਦੋਂ ਇੱਕ ਬਚਨ ਬੜਾ ਪੱਲੇ ਬੰਨ੍ਹ ਕੇ ਰੱਖਣਾ, ਜੋ ਗੁਰ ਕਹੈ, ਜੋ ਸਤਿਗੁਰੂ ਕਹਿੰਦੇ ਨੇ, ਤੇ ਉਸ ਬਚਨ ਨੂੰ ਕਹਿਣ ਲੱਗੇ ਭਲ ਮਾਨੋ, ਭਲਾ ਕਰਕੇ ਮੰਨ ਲਾ ਵੀ ਇਹ ਬਚਨ ਮੇਰੇ ਫਾਇਦੇ ਦਾ ਹੀ ਹੈ। ਜੋ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਨਾ, ਉਹਦੇ ਵਿੱਚ ਕਿੰਤੂ ਪਰੰਤੂ ਨਾ ਕਰ, ਉਹਦੇ ਵਿੱਚ ਸ਼ੰਕਾ ਨਾ ਕਰ, ਉਹਦੇ ਵਿੱਚ ਭਰਮ ਨਾ ਕਰ। ਜੋ ਗੁਰੂ ਕਹਿ ਰਿਹਾ ਹੈ ਉਸ ਬਚਨ ਨੂੰ ਕਹਿਣ ਲੱਗੇ ਭਲਾ ਕਰਕੇ, ਆਪਣੇ ਭਲੇ ਵਾਸਤੇ ਜਾਣ ਕੇ ਉਸ ਨੂੰ ਮੰਨ ਲੈਣਾ ਕਰ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਸੇਵਾ ਕਰਦੇ ਨਾ ਗੁਰੂ ਅੰਗਦ ਦੇਵ ਮਹਾਰਾਜ ਦੀਆਂ, ਤੇ 3 ਬਚਨ ਉਹਨਾਂ ਨੇ ਅਪਣਾ ਲਏ, ਭਲਾ ਜੀ, ਭੁੱਲਾ ਜੀ ਤੇ ਭਾਣਾ ਜੀ। ਇਹਨਾਂ 3 ਬਚਨਾਂ ਦੇ ਉੱਪਰ ਆਪਣੀ ਜ਼ਿੰਦਗੀ ਲਾ ਦਿੱਤੀ ਉਹਨਾਂ ਨੇ, ਤੇ ਕੈਸੀ ਪ੍ਰਾਪਤੀ ਨੂੰ ਪ੍ਰਾਪਤ ਹੋਏ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਸਤਿਗੁਰੂ ਕਰਦੇ ਨੇ ਦਇਆ, ਤੇ ਦਇਆ ਜਦੋਂ ਕਰਦੇ ਨੇ, ਫਿਰ ਜਦੋਂ ਗੁਰੂ ਜਿਹੜਾ ਬਚਨ ਕਰਦਾ ਉਹਦੇ ਵਿੱਚ ਆਪਣਾ ਭਲਾ ਜਾਣ ਲੈ ਵੀ ਇਹਦੇ ਵਿੱਚ ਮੇਰਾ ਭਲਾ ਹੈ। ਗੁਰੂ ਦਾ ਦੱਸਿਆ ਰਸਤਾ, ਗੁਰੂ ਦੀ ਕੀਤੀ ਬਖਸ਼ਿਸ਼ ਨੂੰ ਆਪਣਾ ਭਲਾ ਸਮਝ ਕੇ ਉਹਦੇ ਉੱਪਰ ਚੱਲਣਾ ਕਰ। ਹਰ ਹਰ ਕਥਾ ਨਿਰਾਲੀ। ਹਰੀ ਹਰ ਪਰਮੇਸ਼ਰ ਦੀ ਜੋ ਕਥਾ ਹੈ ਉਹ ਸੰਸਾਰ ਤੋਂ ਨਿਰਾਲਿਆਂ ਵੱਖਰਾ ਕਰਨ ਵਾਲੀ, ਸੰਸਾਰ ਤੋਂ ਕੱਢਣ ਵਾਲੀ ਹੈ। ਰਹਾਓ ਹਰ ਕੇ ਸੰਤ ਸੁਨੋ ਜਨ ਭਾਈ। ਸਤਿਗੁਰੂ ਬਖਸ਼ਿਸ਼ ਕਰਦੇ, ਇਹ ਹਰੀ ਪਰਮੇਸ਼ਰ ਦੇ ਸੰਤੋ, ਇਹ ਹਰੀ ਪਰਮੇਸ਼ਰ ਦੇ ਨਾਮ ਜਪਣ ਵਾਲੇ ਗੁਰੂ ਕਿਉ ਸਿੱਖੋ, ਇਹ ਭਾਈਓ ਭਰਾਵੋ ਬਚਨ ਸੁਣਨਾ ਕਰੋ। ਗੁਰ ਸੇਵਿਓ ਬੇਗ ਬਗਾਲੀ। ਗੁਰੂ ਦੀ ਸੇਵਾ ਕਰੋ, ਕਿਵੇਂ ਕਰੋ? ਬੇਗ ਬਗਾਲੀ ਤੋਂ ਭਾਵ ਹੁੰਦਾ ਛੇਤੀ ਤੋਂ ਛੇਤੀ, ਜਲਦੀ ਜਲਦੀ। ਗੁਰੂ ਦੀ ਸੇਵਾ ਕਰਨ ਵਿੱਚ ਦੇਰੀ ਨਾ ਕਰ। ਕੀ ਪਤਾ ਮੁੜ ਕੇ ਸੇਵਾ ਕਰਨ ਦਾ ਮੌਕਾ ਮਿਲੇ ਕਿ ਨਾ ਮਿਲੇ, ਕੀ ਪਤਾ ਜ਼ਿੰਦਗੀ ਵਿੱਚ ਇੰਨਾ ਸਮਾਂ ਮਿਲੇ ਕਿ ਨਾ ਮਿਲੇ। ਗੁਰੂ ਦੀ ਸੇਵਾ ਛੇਤੀ ਤੋਂ ਛੇਤੀ, ਜਿੰਨਾ ਚਿਰ ਤੇਰੇ ਵਿੱਚ ਸਵਾਸ ਨੇ, ਜਿੰਨਾ ਚਿਰ ਤੇਰੇ ਵਿੱਚ ਜ਼ਿੰਦਗੀ ਹੈ, ਜਿੰਨਾ ਚਿਰ ਤੇਰੇ ਸਰੀਰ ਵਿੱਚ ਬਲ ਹੈ, ਗੁਰੂ ਦੀ ਸੇਵਾ ਜਿੰਨੀ ਹੋ ਸਕਦਾ ਜਲਦੀ ਤੋਂ ਜਲਦੀ, ਸ਼ੀਘਰ ਤੋਂ ਸ਼ੀਘਰ ਗੁਰੂ ਦੀ ਸੇਵਾ ਕਰ, ਤੇਰਾ ਭਲਾ ਹੋਵੇਗਾ। ਫਿਰ ਬਖਸ਼ਿਸ਼ ਕਰਦੇ ਹਨ। ਹਰ ਕੇ ਸੰਤ ਸੁਨੋ ਜਨ ਭਾਈ, ਗੁਰ ਸੇਵਿਓ ਬੇਗ ਬਗਾਲੀ। ਬੇਗਾਲੀ, ਬੇ ਤੋਂ ਭਾਵ ਹੈ ਗੁਰਮੁਖੋ ਦਵੈਤ। ਗੁਰੂ ਦੀ ਸੇਵਾ ਦਵੈਤ ਨੂੰ ਗਾਲਣ ਵਾਲੀ ਹੈ। ਜਿਹੜੀ ਦਵੈਤ ਹੈ ਨਾ, ਈਰਖਾ, ਇਹਨੂੰ ਗੁਰੂ ਦੀ ਸੇਵਾ ਗਾਲ ਦਿੰਦੀ ਹੈ। ਤੇ ਪਾਤਸ਼ਾਹ ਕਹਿਣ ਲੱਗੇ ਫਿਰ ਐਸੇ ਗੁਰੂ ਦੀ ਸੇਵਾ ਜਿਹੜੀ ਈਰਖਾ ਨੂੰ ਗਾਲ ਦੇਵੇ, ਦਵੈਤ ਨੂੰ ਗਾਲ ਦੇਵੇ, ਉਹ ਸੇਵਾ ਨੂੰ ਜਲਦੀ ਜਲਦੀ ਕਰ, ਸ਼ੀਘਰ ਉਸ ਸੇਵਾ ਨੂੰ ਕਰਨਾ ਕਰ। ਸਤਿਗੁਰ ਸੇਵ ਖਰਚ ਹਰ ਬਾਦੋ। ਜਿਹੜਾ ਸਤਿਗੁਰੂ ਦੀ ਗੁਰਮੁਖੋ ਸੇਵਾ ਕਰਨੀ ਹੈ ਨਾ, ਇਹ ਅਸੀਂ ਆਪਣੇ ਨਾਲ ਖਰਚਾ ਬੰਨ੍ਹਣਾ ਹੈ। ਅਸੀਂ ਜਾਈਏ ਨਾ ਆਪਣੇ ਘਰ ਤੋਂ ਕਿਸੇ ਰਿਸ਼ਤੇਦਾਰ ਦੇ ਕੋਲ ਕਿਸੇ ਯਾਤਰਾ ਦੇ ਵਿੱਚ, ਨਾਲ ਅਸੀਂ ਪ੍ਰਸ਼ਾਦਾ ਬੰਨ੍ਹ ਕੇ ਲੈ ਕੇ ਜਾਂਦੇ ਹਾਂ। ਜਿੰਨਾ ਸਾਡਾ ਖਰਚਾ ਹੁੰਦਾ ਉਹਦੇ ਤੋਂ ਦੁੱਗਣੀ ਮਾਇਆ ਨਾਲ ਲੈ ਕੇ ਜਾਈਦੀ ਹੈ, ਵੀ ਰਸਤੇ ਵਿੱਚ ਲੋੜ ਪੈ ਸਕਦੀ ਹੈ। ਪਰ ਪਰਲੋਕ ਦੇ ਰਸਤੇ ਤੇ ਜਾਣ ਵਾਸਤੇ ਜਮਾਂ ਦੇ ਨਾਲ ਜਦੋਂ ਜਾਣਾ, ਉਹਦੇ ਵਾਸਤੇ ਤੂੰ ਕੁਝ ਵੀ ਨਹੀਂ ਇਕੱਠਾ ਕੀਤਾ। ਨਾਨਕੇ ਜਾਵੇਂ, ਦਾਦਕੇ ਜਾਵੇਂ, ਪੇਕੇ ਜਾਵੇਂ, ਸਹੁਰੇ ਜਾਵੇਂ, ਯਾਤਰਾ ਤੇ ਜਾਵੇਂ, ਤੇ ਤੈਨੂੰ ਪਤਾ ਵੀ ਨਾਲ ਕੀ ਕੀ ਲੈ ਕੇ ਜਾਣਾ। ਕੱਪੜਿਆਂ ਦੇ ਬੈਗ ਭਰ ਲੈਂਦਾ, ਮਾਇਆ ਦੀਆਂ ਜੇਬਾਂ ਭਰ ਲੈਂਦਾ, ਵੀ ਕਿਤੇ ਕੋਈ ਥੁੜ ਨਾ ਜਾਵੇ। ਪਰ ਜਦੋਂ ਪਰਲੋਕ ਦੇ ਰਾਹ ਤੇ ਤੁਰਨਾ, ਉਹਦੇ ਵਾਸਤੇ ਕੋਈ ਤਿਆਰੀ ਨਹੀਂ ਹੈ। ਮਹਾਰਾਜ ਕਹਿਣ ਲੱਗੇ ਸਤਿਗੁਰ ਸੇਵ, ਗੁਰੂ ਦੀ ਸੇਵਾ ਕਰਕੇ ਖਰਚ ਹਰ ਵਾਧੋ। ਇਹ ਹੈ ਖਰਚਾ ਪਰਲੋਕ ਦੇ ਰਸਤੇ ਵਿੱਚ ਤੇਰੇ ਨਾਲ ਨਿਭਣ ਵਾਲਾ।
ਇਹ ਜਿਹੜਾ ਪੋਚਾ ਲਾਉਂਦਾ ਪਿਆ ਨਾ, ਝਾੜੂ ਫੇਰਦਾ ਪਿਆ ਨਾ, ਚਾਦਰਾਂ ਧੋਂਦਾ ਪਿਆ ਨਾ, ਜੋੜੇ ਸਾਫ਼ ਕਰਦਾ ਪਿਆ ਨਾ, ਬਰਤਨ ਮਾਂਜਦਾ ਪਿਆ ਨਾ, ਪ੍ਰਸ਼ਾਦਾ ਬਣਾਉਂਦਾ ਪਿਆ ਨਾ, ਇਹ ਤੇਰਾ ਖਰਚਾ ਹੈ। ਜਦੋਂ ਪਰਲੋਕ ਨੂੰ ਜਾਣਾ ਨਾਲ ਇਸ ਨੂੰ ਇਕੱਠਾ ਕਰਨਾ ਕਰ। ਮਤ ਜਾਣ ਹੋ ਆਜ ਕੇ ਕਾਲੀ। ਪਰ ਇਹ ਮਤਾਂ ਕਿਤੇ ਮਨ ਵਿੱਚ ਸੋਚ ਲਾ ਵੀ ਕੱਲ ਨੂੰ ਕਰ ਲਵਾਂਗੇ, ਪਰਸੋਂ ਕਰ ਲਵਾਂਗੇ, ਅਗਲੇ ਸਾਲ ਕਰ ਲਵਾਂਗੇ। ਮਤ ਜਾਪੈ ਸਾਹੋ ਆਵੇ ਕਿ ਨਾ ਆਵੇ, ਰਾਮ ਹਮ ਆਦਮੀ ਹਾਂ ਇੱਕਦਮੀ। ਇੱਕਦਮ ਦਾ ਹੀ ਬੰਦਿਆ ਤੂੰ ਬੰਦਾ ਹੈ। ਸੇਵਾ ਕਰਨ ਵਿੱਚ ਅੱਜ ਕੱਲ ਨਾ ਕਰ। ਸੇਵਾ ਕਰਨ ਦੀ ਭਾਵਨਾ ਬਣਾਈ ਹੈ ਤੇ ਛੇਤੀ ਨਾਲ ਸੇਵਾ ਕਰਕੇ ਇਸ ਖਰਚ ਨੂੰ ਬੰਨ ਲੈਣਾ ਕਰ। ਹਰ ਕੇ ਸੰਤ ਜਪੋ ਹਰ ਜਪਣਾ। ਹਰੀ ਦੇ ਸੰਤੋ ਐਸੀ ਕਿਰਪਾ ਕਰੋ, ਐਸੇ ਸੰਤਾਂ ਦੀ ਸੰਗਤ ਵਿੱਚ ਪੈ ਕੇ ਗੁਰੂ ਕਿਆ ਸਿੱਖਾ ਤੂੰ ਵੀ ਉਸ ਦੇ ਨਾਮ ਨੂੰ ਜਪਣਾ ਸ਼ੁਰੂ ਕਰ ਦੇ। ਜਿਸ ਤਰ੍ਹਾਂ ਸੰਤ ਕੋਈ ਸਾਧੂ ਨਾਮ ਜਪਦਾ, ਉਸੇ ਤਰ੍ਹਾਂ ਤੂੰ ਵੀ ਉਹਨਾਂ ਦੀ ਸੰਗਤ ਵਿੱਚ ਬੈਠ ਕੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਹਰ ਸੰਤ ਚੱਲੈ ਹਰ ਨਾਲੀ। ਐ ਸੰਤੋ ਐ ਗੁਰਮੁਖੋ, ਪਰਮੇਸ਼ਰ ਦਾ ਨਾਮ ਹੀ ਕੇਵਲ ਨਾਲ ਜਾਣ ਵਾਲਾ ਹੈ, ਉਹਦੇ ਤੋਂ ਬਿਨਾਂ ਕੁਝ ਨਾਲ ਜਾਂਦਾ ਨਹੀਂ ਜੇ। ਪੁੱਤ ਪੋਤਰੇ ਪੜੋਤਰੇ ਜਿੰਨੀ ਮਰਜ਼ੀ ਅਸੀਂ ਸੇਵਾ ਕਰ ਲਈਏ, ਜਿੰਨੇ ਮਰਜ਼ੀ ਸਾਂਭ ਸੰਭਾਲ ਲਈਏ, ਘਰ ਨੂੰ ਜਿੰਨਾ ਮਰਜ਼ੀ ਅਸੀਂ ਰੰਗ ਪੋਚਾ ਲਾ ਲਈਏ, ਕੁਝ ਨਹੀਂ ਨਾਲ ਜਾਣਾ ਉਹ ਹੈ ਜਿਹੜੀ ਹੱਥ ਵਿੱਚ ਮਾਲਾ ਫੇਰ ਕੇ ਜਪਿਆ ਨਾ ਪਰਮੇਸ਼ਰ ਦਾ ਨਾਮ, ਮਾਲਾ ਫੜ ਕੇ ਕਹਿਣ ਲੱਗੇ ਭਾਈ ਕੇਵਲ ਤੇ ਕੇਵਲ ਉਸ ਨਾਮ ਨੇ ਨਾਲ ਜਾਣਾ ਹੈ। ਇਸ ਕਰਕੇ ਹੈ ਸੰਤੋ ਹਰ ਚੱਲੈ ਹਰ ਨਾਲੀ, ਪਰਮੇਸ਼ਰ ਦਾ ਨਾਮ ਹੀ ਕੇਵਲ ਤੁਹਾਡੇ ਨਾਲ ਜਾਣ ਵਾਲਾ ਹੈ। ਜਿਨ ਹਰ ਜਪਿਆ ਸੇ ਹਰ ਹੋਏ। ਜਿਨ੍ਹਾਂ ਨੇ ਨਾਮ ਜਪਿਆ ਉਹ ਹਰੀ ਹਰ ਪਰਮੇਸ਼ਰ ਦਾ ਰੂਪ ਹੀ ਹੋ ਜਾਂਦੇ ਨੇ। ਨਾਮ ਜਪਣ ਵਾਲੇ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ। ਹਰ ਮਿਲਿਆ ਕੇਲ ਕੇ ਲਾਲੀ। ਕਹਿਣ ਲੱਗੇ ਉਹ ਜਿਹੜਾ ਪਰਮਾਤਮਾ ਹੈ ਕੇਲਾਲੀ, ਜਿਹੜਾ ਜਲ ਦੇ ਵਿੱਚ ਕ੍ਰੀੜਾ ਕਰਨ ਵਾਲਾ, ਕੌਤਕ ਕਰਨ ਵਾਲਾ, ਉਹਨਾਂ ਨੂੰ ਮਿਲ ਜਾਂਦਾ ਹੈ। ਜਾਂ ਆਪਾਂ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ ਜਿਹੜਾ ਸੰਸਾਰ ਹੈ ਨਾ, ਸੰਸਾਰ ਦੇ ਵਿੱਚ ਜਿਹੜਾ ਕ੍ਰੀੜਾ ਕਰਨ ਵਾਲਾ, ਕੌਤਕ ਕਰਨ ਵਾਲਾ ਜੋ ਪਰਮਾਤਮਾ ਹੈ, ਉਹ ਉਹਨਾਂ ਗੁਰਮੁਖਾਂ ਨਾਮ ਜਪਣ ਵਾਲਿਆਂ ਨੂੰ ਪ੍ਰਾਪਤ ਹੋ ਜਾਂਦਾ ਹੈ। ਹਰ ਹਰ ਜਪਨ ਜਪ ਲੋਚ ਲੋਚਾਨੀ। ਬੇਨਤੀ ਕਰ ਸਤਿਗੁਰੂ ਪਾਤਸ਼ਾਹ ਜੀਓ, ਤੁਹਾਡੇ ਨਾਮ ਨੂੰ ਜਪਣ ਨੂੰ, ਜਿਹੜਾ ਤੁਹਾਡਾ ਨਾਮ ਹੈ ਉਸ ਨਾਮ ਦੇ ਜਪ ਨੂੰ ਜਪਣ ਦੀ ਜਿਹੜੀ ਲੋਚ ਇੱਛਾ ਹੈ ਉਹ ਲੁਚਾਨੀ ਮੇਰੇ ਮਨ ਨੂੰ ਲੱਗੀ ਹੋਈ ਹੈ। ਤੁਹਾਡੇ ਨਾਮ ਨੂੰ, ਬਾਣੀ ਨੂੰ, ਬਾਣੀ ਦਾ ਜਾਪ ਕਰਨ ਨੂੰ ਮੇਰੀ ਇੱਛਾ ਲੱਗੀ ਹੋਈ ਹੈ। ਕਿਰਪਾ ਕਰੋ ਐਸੀ ਮੇਰੇ ਦੇ ਉੱਪਰ ਕਿ ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਜਪ ਦਾ ਜਾਪ ਜਿਹੜਾ ਹੈ ਉਹ ਮੈਂ ਕਰਾਂ। ਐਸੀ ਮੈਨੂੰ ਇੱਛਾ ਲੱਗ ਜਾਵੇ, ਐਸੀ ਮੈਨੂੰ ਪਿਆਸ ਲੱਗ ਜਾਵੇ। ਸਾਚੇ ਨਾਮ ਕੀ ਲਾਗੈ ਭੂਖ। ਇਹ ਬੇਨਤੀ ਕਰ ਵੀ ਸਤਿਗੁਰੂ ਕਿਰਪਾ ਕਰੋ ਸੱਚੇ ਨਾਮ ਦੀ ਭੁੱਖ ਮੇਰੇ ਅੰਦਰ ਵਰਤ ਜਾਵੇ ਤਾਂ ਕਿ ਮੈਂ ਆਪ ਜੀ ਦੇ ਨਾਮ ਨੂੰ ਜਪਣਾ ਕਰਾਂ। ਹਰ ਕਿਰਪਾ ਕਰ ਬਨਵਾਲੀ। ਇਹ ਸੰਸਾਰ ਦੇ ਮਾਲਕ ਬਨ ਨਾਮ ਗੁਰਮੁਖੋ ਜੰਗਲ ਦਾ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਇਹ ਸੰਸਾਰ ਰੂਪੀ ਜੰਗਲ ਦੇ ਮਾਲਕ ਪਰਮਾਤਮਾ ਸਾਡੇ ਤੇ ਕਿਰਪਾ ਕਰ। ਬਨਵਾਲੀ ਕਹਿ ਲਈਏ, ਬਨਵਾਰੀ ਕਹਿ ਲਈਏ, ਕਿਰਪਾ ਕਰ ਬਨਵਾਰੀਆ, ਬਚਨ ਪੜ੍ਹਦੇ ਹਨ। ਬਨਵਾਰੀ ਕਹਿ ਲਈਏ, ਬਨਵਾਲੀ ਕਹਿ ਲਈਏ, ਭਾਵ ਇਹ ਬਨ ਨਾਮ ਗੁਰਮੁਖੋ ਜੰਗਲ ਦਾ ਤੇ ਵਾਲੀ ਨਾਮ ਹੈ ਮਾਲਕ ਦਾ। ਇਹ ਸੰਸਾਰ ਵੀ ਇੱਕ ਜੰਗਲ ਹੀ ਹੈ ਭਾਈ। ਇਹ ਸਾਰੇ ਸੰਸਾਰ ਦਾ ਉਹ ਮਾਲਕ ਹੈ। ਇਹ ਮਾਲਕ ਪਰਮਾਤਮਾ ਸਾਡੇ ਤੇ ਕਿਰਪਾ ਕਰ। ਜਨ ਨਾਨਕ ਸੰਗਤ ਸਾਧ ਹਰ ਮੇਲੋ। ਸਤਿਗੁਰੂ ਪਾਤਸ਼ਾਹ ਜੀਓ ਸਾਨੂੰ ਆਪਣੇ ਸਾਧੂਆਂ ਦੀ, ਗੁਰਮੁਖਾਂ ਦੀ ਸੰਗਤ ਜਿਹੜੀ ਉਹ ਮਿਲਣਾ ਕਰੋ, ਦੇਣਾ ਕਰੋ। ਆਮ ਸਾਧ ਜਨਾ ਪਗ ਰਾਲੀ। ਅਸੀਂ ਆਪ ਜੀ ਦੇ ਜਿਹੜੇ ਸਾਧ ਨੇ ਨਾ, ਸਾਧੂ ਨਾਮ ਜਪਣ ਵਾਲੇ ਗੁਰਮੁਖ, ਉਹਨਾਂ ਦੀ ਚਰਨਾਂ ਦੀ ਜਿਹੜੀ ਧੂੜ ਹੈ ਨਾ ਉਹ ਸਾਨੂੰ ਪ੍ਰਾਪਤ ਹੋ ਜਾਵੇ। ਪੱਗ ਰਾਲੀ, ਜਿਹੜੇ ਪੱਗ ਨੇ ਨਾ ਸਾਧੂਆਂ ਦੇ ਚਰਨ, ਉਹਨਾਂ ਚਰਨਾਂ ਦੀ ਧੂੜੀ ਸਾਨੂੰ ਰਾਲੀ ਕਹੀਏ ਪ੍ਰਾਪਤ ਹੋਵੇ, ਜਾਂ ਅਸੀਂ ਸਾਧੂਆਂ ਦੀ ਚਰਨਾਂ ਦੀ ਧੂੜੀ ਵਿੱਚ ਹੀ ਰਲ ਜਾਈਏ। ਇਹ ਸਾਡੇ ਤੇ ਕਿਰਪਾ ਕਰੋ। ਜਾਂ ਨਾਨਕ ਸੰਗਤ ਸਾਧ ਹਰ ਮੇਲੋ, ਹਮ ਸਾਧ ਜਨਾ ਪੱਗ ਰਾਲੀ। ਸਾਨੂੰ ਆਪਣੇ ਸਾਧੂਆਂ ਦੀ ਸੰਗਤ ਵਿੱਚ ਮੇਲ ਦਿਓ, ਅਸੀਂ ਉਹਨਾਂ ਦੀ ਚਰਨਾਂ ਦੀ ਧੂੜੀ ਵਿੱਚ ਰਲ ਕੇ ਚਰਨਾਂ ਦੀ ਧੂੜੀ ਪ੍ਰਾਪਤ ਕਰਕੇ ਆਪਣੇ ਪਾਪ ਅਵਗੁਣ ਮਿਟਾ ਸਕੀਏ ਅਤੇ ਆਪ ਜੀ ਦੀ ਪ੍ਰਾਪਤੀ ਵਾਲੇ ਬਣ ਜਾਈਏ। ਇਹ ਸਤਿਗੁਰਾਂ ਨੇ ਕਿਰਪਾ ਕੀਤੀ। ਵਿਚਾਰ ਕਰਦੇ ਹਾਂ ਭੁੱਲ ਚੁੱਕ ਦੀ ਮੁਆਫੀ, ਬਚਨ ਉਪਦੇਸ਼ ਗੁਰੂ ਕਾ ਹਿਰਦੇ ਵਸ ਜਾਵੇ ਤਾਂ ਕਿ ਸਾਡਾ ਭਲਾ ਹੋਵੇ। ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਹਰ ਹਰ ਜਪਨ ਜਪ ਲੋਚ ਲੋਚਾਨੀ।
ਹਰ ਕਿਰਪਾ ਕਰ ਬਨਵਾਲੀ। ਜਨ ਨਾਨਕ ਸੰਗਤ ਸਾਧ ਹਰ ਮਿਲੋ, ਹਮ ਸਾਧ ਜਨਾ ਪਗ ਰਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ, ਵਾਹਿਗੁਰੂ ਜੀ। ਤੂੰ ਅਚਰਜ ਕੁਦਰਤ ਤੇਰੀ ਬਿਸਮਾ, ਤੂੰ ਅਚਰਜ ਕੁਦਰਤ ਤੇਰੀ ਬਿਸਮਾ, ਕੁਦਰਤ ਤੇਰੀ ਬਿਸਮਾ, ਕੁਦਰਤ ਤੇਰੀ ਬਿਸਮਾ, ਕੁਦਰਤ ਤੇਰੀ ਬਿਸਮਾ, ਕੁਦਰਤ ਤੇਰੀ ਬਿਸਮਾ। ਤੂੰ ਅਚਰਜ ਕੁਦਰਤ ਤੇਰੀ ਬਿਸਮਾ, ਤੂੰ ਅਚਰਜ